ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ, ਅੱਜ ਦੀ ਕਲਾਸ ਬੀਬੀ ਤੇਂਦਰ ਕੌਰ ਜੀ ਇਹਨਾਂ ਨੇ ਲੈਣੀ ਹੈ ਤੇ ਇਹ ਅੱਗੇ ਵੀ ਕਲਾਸ ਲੈ ਚੁੱਕੇ ਹਨ, ਕਈ ਵਾਰ ਲੈ ਚੁੱਕੇ ਹਨ। ਮੈਂ ਇਹਨਾਂ ਦੀ ਇੰਟਰੋਡਕਸ਼ਨ ਹਰ ਵਾਰ ਦਿੰਦਾ ਵਾਂ। ਇਹਨਾਂ ਨੂੰ ਲੱਗਦਾ ਕਿ ਮੇਰੀ ਜ਼ਿਆਦਾ ਕਹਿੰਦੇ ਨੇ, ਪਰ ਨਹੀਂ, ਇੱਕ ਇੰਟਰੋਡਕਸ਼ਨ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ। ਆਨਲਾਈਨ ਜਾਣੀ ਹੈ, ਜਿਹਨੇ ਬਾਅਦ ਚ ਸੁਣਨਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕੌਣ ਹੈ। ਬੀਬੀ ਤੇਂਦਰ ਕੌਰ ਜੀ ਨੇ ਸਿੱਖ ਮਿਸ਼ਨਰੀ ਕਾਲਜ ਦਾ 2 ਸਾਲਾ ਕੋਰਸ ਕੀਤਾ ਹੋਇਆ ਹੈ। ਇੱਕ 2 ਸਾਲਾ ਕੋਰਸ ਕਰਨ ਦਾ ਇੱਕ ਬੜਾ ਵੱਡਾ ਲਾਭ ਹੈ ਕਿ ਅਸੀਂ ਜਦੋਂ 2 ਸਾਲਾ ਕੋਰਸ ਕਰ ਲੈਂਦੇ ਹਾਂ ਤੇ ਸਾਡੀ ਫਿਲਾਸਫਿਕਲੀ ਔਰ ਗੁਰਮਤ ਅਨੁਸਾਰ ਸਾਡੇ ਕਈ ਫੰਡੇ ਕਲੀਅਰ ਹੋ ਜਾਂਦੇ ਨੇ। ਕਈ ਚੀਜ਼ਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਗੁਰਮਤ 'ਚ ਇਹ ਹੈਗੀਆਂ ਕਿ ਨਹੀਂ ਹੈਗੀਆਂ, ਪਰ ਜਦੋਂ ਅਸੀਂ 2 ਸਾਲਾ ਕੋਰਸ ਕਰ ਲੈਂਦੇ ਹਾਂ, ਸਾਡੀਆਂ ਬਹੁਤ ਜਿਹੜੇ ਡਾਊਟਸ ਹੁੰਦੇ ਨੇ ਉਹ ਮਨ 'ਚੋਂ ਕਲੀਅਰ ਹੋ ਜਾਂਦੇ ਨੇ। ਤੇ ਅਸੀਂ ਪ੍ਰੇਰਨਾ ਲੈਣੀ ਹੈ ਇਹਨਾਂ ਤੋਂ ਕਿ ਅਗਰ ਬੀਬੀ ਤੇਂਦਰ ਕੌਰ ਕੋਰਸ ਕਰ ਸਕਦੀ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਅਸੀਂ ਵੀ ਉਹ ਕੋਰਸ ਦੀਆਂ ਕਿਤਾਬਾਂ ਲੈ ਆਈਏ ਸਟਾਲ ਤੇ, ਜਿੱਦਾਂ ਮੈਂ ਆਪ ਜੀ ਨੂੰ ਪਹਿਲਾਂ ਹੀ ਕੀਤਾ ਹੈ ਬੇਨਤੀ ਕਿ ਉੱਥੇ 2 ਸਾਲਾ ਕੋਰਸ ਦੀਆਂ ਬੁੱਕਸ ਵੀ ਹੋਣਗੀਆਂ, ਉੱਥੋਂ ਲਿਆ ਕੇ ਅਸੀਂ 2 ਸਾਲਾ ਕੋਰਸ ਕਰ ਸਕਦੇ ਹਾਂ। ਉਹਦੇ 'ਚ ਕੋਈ ਏਜ ਦਾ ਲਿਮਿਟ ਨਹੀਂ ਹੈ, ਕੋਈ ਟਾਈਮ ਦੀ ਲਿਮਿਟ ਨਹੀਂ ਹੈ। ਉਹ ਵੈਸੇ 2 ਸਾਲਾ ਕੋਰਸ ਹੈਗਾ, 8 ਤਿਮਾਹੀਆਂ ਦੇ ਵਿੱਚ ਵੰਡਿਆ ਗਿਆ ਹੈ। ਪਰ 3 ਮਹੀਨੇ ਵਾਲਾ ਕੋਰਸ ਜਿਹੜਾ ਤੁਸੀਂ 1 ਮਹੀਨੇ 'ਚ ਵੀ ਕਰ ਸਕਦੇ ਹੋ, ਉਹ ਤਿਮਾਹੀ ਨੂੰ ਤੁਸੀਂ 3 ਦੇ 4 ਮਹੀਨੇ ਵੀ ਲਗਾ ਸਕਦੇ ਹੋ, 5 ਮਹੀਨੇ ਵੀ ਲਗਾ ਸਕਦੇ ਹੋ, ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ। ਪਰ ਉਹਦਾ ਡਿਜ਼ਾਈਨ ਜਿਹੜਾ ਕੀਤਾ ਗਿਆ ਉਹ 2 ਸਾਲ ਦੇ ਹਿਸਾਬ ਨਾਲ ਕੀਤਾ ਗਿਆ। ਸੋ ਉਸ ਕੋਰਸ ਨੂੰ ਆਪ ਜੀ ਜ਼ਰੂਰ ਕਰੋ ਜਿਹੜਾ ਕਿ ਹੈ ਬੀਬੀ ਤੇਂਦਰ ਕੌਰ ਜੀ ਨੇ ਕੀਤਾ ਹੈਗਾ। ਮੈਂ ਹੁਣ ਬੇਨਤੀ ਕਰਾਂਗਾ ਬੀਬੀ ਤੇਂਦਰ ਕੌਰ ਜੀ ਨੂੰ ਅੱਜ ਦੀ ਕਲਾਸ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਐਸਐਮਸੀ ਆਫਲਾਈਨ ਤੇ ਆਨਲਾਈਨ ਕਲਾਸ ਵਿੱਚ ਹਾਜ਼ਰ ਸਾਰੇ ਹੀ ਵੀਰਾਂ ਅਤੇ ਭੈਣਾਂ ਨੂੰ ਬਹੁਤ ਹੀ ਪਿਆਰ ਸਹਿਤ ਅਤੇ ਸਨਮਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਹੈ ਮਨ ਦੀ ਖੋਜ। ਮਨ ਦੀ ਖੋਜ ਕਿਉਂ ਕਰਨੀ ਹੈ? ਕਿਉਂਕਿ ਕਬੀਰ ਜੀ ਕਹਿੰਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜਦੋਂ ਵਿਗਿਆਨਿਕ ਕਿਸੇ ਪਦਾਰਥ ਦੀ ਖੋਜ ਕਰਦੇ ਹਨ ਤਾਂ ਉਹ ਪਦਾਰਥ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ। ਵਿਗਿਆਨਿਕ ਕੇਵਲ ਪਦਾਰਥਾਂ ਦੇ ਸੁਭਾਅ, ਉਹਨਾਂ ਦੇ ਗੁਣ ਵਿਹਾਰ ਸਮਝਦੇ ਹਨ ਤੇ ਉਸ ਬਾਰੇ ਜਾਣਕਾਰੀ ਪਤਾ ਕਰਦੇ ਹਨ। ਹੁਣ ਮਨੁੱਖ ਨੂੰ ਵੀ ਭਗਤ ਕਬੀਰ ਜੀ ਖੋਜ ਕਰਨ ਵਾਸਤੇ ਹੀ ਕਹਿ ਰਹੇ ਹਨ। ਇਸ ਦਾ ਮਤਲਬ ਕਿ ਇਸ ਮਨ ਦੇ ਸੁਭਾਅ ਨੂੰ, ਇਸ ਦੇ ਗੁਣਾਂ ਨੂੰ, ਇਸ ਦੀ ਕਮਜ਼ੋਰੀਆਂ ਨੂੰ, ਇਸ ਦੀ ਸ਼ਕਤੀਆਂ ਨੂੰ ਅਤੇ ਇਸ ਦੀ ਚਾਲ ਨੂੰ ਸਮਝਣ ਵਾਸਤੇ ਕਹਿ ਰਹੇ ਹਨ। ਕਿਉਂਕਿ ਬਿਨਾਂ ਕਿਸੇ ਨੂੰ ਸਮਝੇ ਕਿਸ ਤਰ੍ਹਾਂ ਕਿਸੇ ਨਾਲ ਕੋਈ ਮੇਲਜੋਲ ਵਧਾਇਆ ਜਾ ਸਕਦਾ ਹੈ। ਸੋ ਅਸੀਂ ਵਿਚਾਰ ਕਰਕੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਨ ਦੇ ਬਾਰੇ ਗੱਲ ਕਰਨਾ ਜਿਤਨਾ ਸੌਖਾ ਹੈ ਉਤਨਾ ਔਖਾ ਵੀ ਹੈ। ਸੌਖਾ ਇਸ ਲਈ ਹੈ ਕਿਉਂਕਿ ਮਨ ਸਾਡੇ ਸਾਰਿਆਂ ਕੋਲ ਹੈ ਤੇ ਹਰ ਕੋਲ ਸਾਡਾ ਇਸ ਨਾਲ ਵਾਹ ਪੈਂਦਾ ਹੈ। ਔਖਾ ਇਸ ਲਈ ਹੈ ਕਿ ਅਸੀਂ ਖੁਦ ਆਪਣੇ ਮਨ ਦੀ ਹਾਲਤ ਬਾਰੇ ਠੀਕ ਨਹੀਂ ਜਾਣਦੇ। ਜਾਣ ਵੀ ਕਿਸ ਤਰ੍ਹਾਂ ਸਕਦੇ ਹਾਂ, ਕਿਉਂਕਿ ਮਨ ਦਾ ਸੁਭਾਅ ਇਤਨਾ ਚੰਚਲ ਹੈ ਕਿ ਇਹ ਪਲ ਪਲ ਬਦਲਦਾ ਹੈ। ਇੱਕ ਪਲ ਕਿਤੇ ਹੁੰਦਾ ਹੈ ਤੇ ਅਗਲੇ ਹੀ ਪਲ ਕਿਤੇ ਹੋਰ ਚਲਿਆ ਜਾਂਦਾ ਹੈ। ਇਹ ਮਨ ਚੰਚਲ ਵਸ ਨਾ ਆਵੈ, ਦੁਬਿਧਾ ਲਾਗੈ ਦੈ ਦਿਸ ਧਾਵੈ। ਇਹ ਮਨ ਹੈ ਕੀ? ਸਰੀਰ ਦੇ ਵਿੱਚ ਹੁੰਦੇ ਹੋਏ ਵੀ ਇਹ ਨਜ਼ਰ ਨਹੀਂ ਆਉਂਦਾ ਅਤੇ ਅਧਿਕ ਹੋਣ ਦੇ ਬਾਵਜੂਦ ਵੀ ਇਸ ਸਰੀਰ ਦਾ ਚਾਲਕ ਤੇ ਮਾਲਕ ਬਣਿਆ ਹੋਇਆ ਹੈ ਅਤੇ ਸਰੀਰ ਨੂੰ ਹੀ ਆਪਣਾ ਘਰ ਤੇ ਮਲਕੀਅਤ ਸਮਝਦਾ ਹੈ। ਜਿੱਥੇ ਤਨ ਪੰਜ ਤੱਤਾਂ ਦਾ ਸਮੂਹ ਹੈ ਅਤੇ ਅਸਥੂਲ ਹੈ, ਉੱਥੇ ਹੀ ਮਨ ਵਿਚਾਰਾਂ ਦਾ ਸਮੂਹ ਹੈ ਅਤੇ ਸੂਖਸ਼ਮ ਹੈ। ਮਨ ਉਹ ਸ਼ਕਤੀ ਹੈ ਜਿਸ ਵਿੱਚ ਸੰਕਲਪ, ਵਿਕਲਪ, ਵਿਚਾਰ ਤੇ ਭਾਵਨਾਵਾਂ ਜਨਮ ਲੈਂਦੀਆਂ ਹਨ। ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜੋ ਕੁਝ ਵੀ ਸਿੱਖਿਆ ਹੈ, ਅਨੁਭਵ ਕੀਤਾ ਹੈ ਤੇ ਜਿਨ੍ਹਾਂ ਵਿਚਾਰਾਂ ਨੂੰ ਅਸੀਂ ਕਬੂਲ ਕਰ ਲਿਆ ਹੈ, ਉਹਨਾਂ ਵਿਚਾਰਾਂ ਦਾ ਸਮੂਹ ਹੀ ਸਾਡਾ ਮਨ ਹੈ। ਪਰ ਕਿਹੜੇ ਵਿਚਾਰ ਚੰਗੇ ਹਨ ਤੇ ਕਿਹੜੇ ਵਿਚਾਰ ਮਾੜੇ ਹਨ, ਇਸ ਦਾ ਫੈਸਲਾ ਮਨ ਨਹੀਂ ਕਰ ਸਕਦਾ। ਇਸ ਦਾ ਫੈਸਲਾ ਬੁੱਧੀ ਕਰਦੀ ਹੈ। ਇਸ ਲਈ ਮਨ ਤੇ ਬੁੱਧੀ ਵੱਖ-ਵੱਖ ਹਨ। ਮਨ ਕੋਈ ਸਰੀਰਕ ਅੰਗ ਨਹੀਂ ਹੈ, ਨਾ ਹੀ
ਸਥੂਲ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ, ਪਰ ਇਸ ਦੀ ਹੋਂਦ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਹੈ ਜਿਵੇਂ ਫੁੱਲ ਵਿੱਚ ਖੁਸ਼ਬੂ ਹੋਵੇ। ਫੁੱਲ ਸਥੂਲ ਹੈ, ਸਾਹਮਣੇ ਨਜ਼ਰ ਆ ਰਿਹਾ ਹੈ, ਪਰ ਖੁਸ਼ਬੂ ਨਜ਼ਰ ਨਹੀਂ ਆ ਰਹੀ। ਫਿਰ ਵੀ ਉਸਦੇ ਹੋਣ ਦਾ ਅਹਿਸਾਸ ਹੈ, ਜਿਵੇਂ ਸਾਡੇ ਸਰੀਰ ਤੇ ਸੱਟ ਲੱਗ ਜਾਏ ਤੇ ਖੂਨ ਨਿਕਲਣ ਲੱਗ ਜਾਵੇ, ਤੇ ਲੱਗੀ ਹੋਈ ਸੱਟ ਤੇ ਖੂਨ ਨਿਕਲਦਾ ਹੋਇਆ ਦਿਸਦਾ ਹੈ, ਪਰ ਪੀੜਾ ਨਜ਼ਰ ਨਹੀਂ ਆਉਂਦੀ। आज तक किसी ने ना फूल की सुगंध देखी है, ना अपने शरीर की पीड़ा देखी है। फिर इन दोनों का वजूद तो है, इसी तरह मन का वजूद भी इसे शरीर के अंदर है। मन एक कड़ी की तरह है जो शरीर और आत्मा ਨੂੰ जोड़े रखता है। जिस वेले इसका झुकाव शरीर वाल ਹੁੰਦਾ है ਤਾਂ ਇਹ ਦੁਨਿਆਵੀ ਪਦਾਰਥਾਂ ਨਾਲ ਜੁੜ ਜਾਂਦਾ ਹੈ। ਜਦੋਂ ਇਸ ਦਾ ਝੁਕਾਅ ਆਤਮਾ ਵੱਲ ਹੁੰਦਾ ਹੈ ਤਾਂ ਇਹ ਆਪਣੇ ਮੂਲ ਭਾਵ ਪਰਮਾਤਮਾ ਦੇ ਨੇੜੇ ਆ ਜਾਂਦਾ ਹੈ। ਭਾਵ ਮਨ ਦੇ ਸੰਕਲਪ, ਵਿਕਲਪ ਅਤੇ ਵਿਚਾਰਾਂ ਦਾ ਪ੍ਰਵਾਹ ਜਦੋਂ ਸਰੀਰ ਵੱਲ ਹੁੰਦਾ ਹੈ ਤਾਂ ਦੁਨਿਆਵੀ ਪਦਾਰਥਾਂ ਅਤੇ ਲੋੜਾਂ ਵੱਲ ਜਾਂਦਾ ਹੈ, ਪਰ ਜਦੋਂ ਇਸ ਦੇ ਵਿਚਾਰ ਪਰਮਾਰਥਕ ਹੋਣ ਤਾਂ ਇਹ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤੱਤ ਕੋ ਜੀਓ। ਭਾਵ ਮਾਇਆ ਨਾਲ ਮਿਲ ਕੇ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ। ਆਨੰਦ ਸਰੂਪ ਹਰੀ ਦੇ ਨਾਲ ਮਿਲ ਕੇ ਇਹ ਮਨ ਆਨੰਦ ਸਰੂਪ ਹਰੀ ਬਣ ਜਾਂਦਾ ਹੈ ਅਤੇ ਸਰੀਰ ਨਾਲ ਜੁੜ ਕੇ ਇਹ ਸਰੀਰ ਦਾ ਰੂਪ ਹੋ ਜਾਂਦਾ ਹੈ। ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਨਹੀਂ ਸਮਝਦਾ, ਪਰ ਮਨ ਦਾ ਝੁਕਾਅ ਜ਼ਿਆਦਾਤਰ ਸਰੀਰ ਵੱਲ ਹੀ ਰਹਿੰਦਾ ਹੈ, ਕਿਉਂਕਿ ਇਹ ਸਰੀਰ ਸਾਕਾਰ ਹੈ, ਹਰ ਵੇਲੇ ਦਿਸਦਾ ਹੈ। ਆਤਮਾ ਨਜ਼ਰ ਨਹੀਂ ਆਉਂਦੀ, ਇਸੇ ਲਈ ਚੇਤੇ ਵਿੱਚ ਵੀ ਨਹੀਂ ਹੈ। ਜਿਵੇਂ ਕਹਾਵਤ ਹੈ ਕਿ ਆਊਟ ਆਫ ਸਾਈਟ ਆਊਟ ਆਫ ਮਾਈਂਡ। ਸਰੀਰ ਜ਼ਿਆਦਾ ਸਮਾਂ ਸੰਸਾਰ ਵਿੱਚ ਵਿਚਰਦਾ ਹੈ ਅਤੇ ਮਨ ਇਸ ਦੀ ਗਿਆਨ ਇੰਦਰੀਆਂ ਰਾਹੀਂ ਸੰਸਾਰ ਵੱਲ ਹੀ ਚਲਾ ਜਾਂਦਾ ਹੈ। ਇਸ ਲਈ ਪੁਰਾਤਨ ਸਮੇਂ ਵਿੱਚ ਮਨ ਨੂੰ ਟਿਕਾਉਣ ਦਾ ਇੱਕ ਹੱਲ ਕੱਢਿਆ ਗਿਆ ਕਿ ਗਿਆਨ ਇੰਦਰੀਆਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਮਨ ਬਾਹਰ ਸੰਸਾਰ ਵੱਲ ਨਾ ਜਾ ਸਕੇ। ਜਿਵੇਂ ਅੱਖਾਂ ਬੰਦ ਕਰ ਲਵੋ, ਸਮਾਧੀ ਲਗਾ ਲਵੋ, ਜ਼ੁਬਾਨ ਬੰਦ ਕਰ ਲਵੋ, ਮੌਨੀ ਹੋ ਜਾਵੋ, ਕੰਨਾਂ ਵਿੱਚ ਮੁੰਦਰਾ ਪਾ ਕੇ ਜੋਗੀ ਹੋ ਜਾਵੋ, ਤਨ ਤੇ ਸਵਾਹ ਮਲ ਲਵੋ ਤਾਂ ਕਿ ਕੁਝ ਮਹਿਸੂਸ ਹੀ ਨਾ ਹੋ ਸਕੇ। ਪਰ ਇਸ ਤਰ੍ਹਾਂ ਮਨ ਨੂੰ ਕਿਤਨੀ ਦੇਰ ਕਾਬੂ ਕੀਤਾ ਜਾ ਸਕਦਾ ਹੈ? ਮਨੁੱਖ ਬਹੁਤ ਦੇਰ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦਾ, ਨਾ ਮੌਨ ਹੀ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਵਿੱਚ ਹੀ ਇਹਨਾਂ ਸਾਰੀਆਂ ਜੁਗਤੀਆਂ ਦਾ ਖੰਡਨ ਕਰ ਦਿੱਤਾ ਹੈ। ਮਨ ਦਾ ਮੂਲ ਸੁਭਾਅ ਚੰਚਲਤਾ ਹੈ। ਇਸ ਦੀ ਚੰਚਲਤਾ ਦੇ ਦੋ ਕਾਰਨ ਹਨ। ਪਹਿਲਾ, ਮਨ ਦੇ ਕੋਲ ਕੋਈ ਲਕਸ਼ ਨਹੀਂ ਹੈ। ਦੂਸਰਾ, ਮਨ ਮੈਲਾ ਹੈ। ਫਿਰ ਮਨ ਦੇ ਮੈਲੇ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ ਕਿ ਭਾਵਨਾਵਾਂ ਦੀ ਗਲਤ ਵਰਤੋਂ ਕਰਦਾ ਹੈ। ਦੂਸਰਾ, ਇਹ ਦੁਬਿਧਾ ਵਿੱਚ ਫਸਿਆ ਹੋਇਆ ਰਹਿੰਦਾ ਹੈ। ਅਸੀਂ ਇੱਕ ਇੱਕ ਕਰਕੇ ਇਹਨਾਂ ਦੇ ਵਿਚਾਰ ਕਰਾਂਗੇ। ਪਹਿਲਾਂ ਅਸੀਂ ਵਿਚਾਰ ਕਰਦੇ ਹਾਂ ਕਿ ਮਨ ਕੋਲ ਕੋਈ ਲਕਸ਼ ਨਹੀਂ ਹੈ। ਜਿਵੇਂ ਜਿਸ ਮਨੁੱਖ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਸਨੇ ਕਿੱਥੇ ਜਾਣਾ ਹੈ, ਕਿੱਥੇ ਪਹੁੰਚਣਾ ਹੈ, ਤਾਂ ਫਿਰ ਉਹ ਰਸਤੇ ਵਿੱਚ ਹੀ ਭਟਕਦਾ ਰਹਿੰਦਾ ਹੈ। ਇਸੇ ਤਰ੍ਹਾਂ ਜਿਸ ਮਨ ਦੇ ਕੋਲ ਜੀਵਨ ਦਾ ਕੋਈ ਲਕਸ਼ ਨਾ ਹੋਵੇ, ਉਹ ਭਟਕਣਾ ਵਿੱਚ ਹੀ ਪਿਆ ਰਹਿੰਦਾ ਹੈ। ਸਰੀਰ ਦੀ ਤਾਂ ਹੱਦ ਹੈ, ਉਹ ਜ਼ਿਆਦਾ ਦੇਰ ਤੱਕ ਨਹੀਂ ਭਟਕ ਸਕਦਾ, ਥੱਕ ਟੁੱਟ ਕੇ ਘਰ ਆ ਹੀ ਜਾਂਦਾ ਹੈ। ਪਰ ਮਨ ਨੂੰ ਭਟਕਣ ਵਾਸਤੇ ਕਿਤੇ ਜਾਣਾ ਨਹੀਂ ਪੈਂਦਾ। ਇਹ ਸੂਖਸ਼ਮ ਹੈ, ਇਸ ਲਈ ਸੂਖਸ਼ਮ ਵਿੱਚ ਹੀ ਭਟਕਦਾ ਹੈ, ਭਾਵ ਸਮੇਂ ਦੇ ਵਿੱਚ। ਫਿਰ ਭਟਕਣ ਵਾਸਤੇ ਜਗ੍ਹਾ ਵੀ ਵੱਡੀ ਚਾਹੀਦੀ ਹੈ। ਮਨੁੱਖ ਦੇ ਪਾਸ ਬਹੁਤ ਵੱਡਾ ਅਤੀਤ ਹੈ ਅਤੇ ਬਹੁਤ ਵੱਡਾ ਭਵਿੱਖ ਮਨੁੱਖ ਨੇ ਸਿਰਜਿਆ ਹੋਇਆ ਹੁੰਦਾ ਹੈ। ਇਸ ਲਈ ਮਨੁੱਖ ਦਾ ਮਨ ਜਾਂ ਤਾਂ ਭੂਤਕਾਲ ਦੀਆਂ ਯਾਦਾਂ ਵਿੱਚ ਭਟਕਦਾ ਹੈ ਜਾਂ ਭਵਿੱਖ ਦੇ ਸੁਪਨਿਆਂ ਵਿੱਚ ਉਲਝਿਆ ਰਹਿੰਦਾ ਹੈ। ਇਹ ਕਦੀ ਵਰਤਮਾਨ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਵਰਤਮਾਨ ਤਾਂ ਕੇਵਲ ਇੱਕ ਪਲ ਦਾ ਹੁੰਦਾ ਹੈ ਤੇ ਇੱਕ ਪਲ ਦੇ ਵਿੱਚ ਭਟਕਿਆ ਨਹੀਂ ਜਾ ਸਕਦਾ, ਕੇਵਲ ਟਿਕਿਆ ਜਾ ਸਕਦਾ ਹੈ। ਇਸ ਲਈ ਮਨ ਕਦੇ ਵਰਤਮਾਨ ਵਿੱਚ ਹੀ ਨਹੀਂ ਆਉਂਦਾ। ਹਾਲਾਂਕਿ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਕਿ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਜੇ ਇਸ ਮਨ ਨੂੰ ਵਰਤਮਾਨ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕਰੀਏ ਤਾਂ ਇਹ ਆਲਸ ਕਰਨ ਲੱਗ ਪੈਂਦਾ ਹੈ, ਕਿਉਂਕਿ ਇਸ ਦੇ ਪਾਸ ਕੋਈ ਲਕਸ਼ ਨਹੀਂ ਹੈ। ਇਸ ਲਈ ਐਸਾ ਮਨ ਸਦਾ ਆਲਸ ਵਿੱਚ ਹੀ ਪਿਆ ਹੁੰਦਾ ਹੈ। ਜੇ ਇਸ ਮਨੁੱਖ ਨੇ ਜੀਵਨ ਵਿੱਚ ਕੋਈ ਲਕਸ਼ ਬਣਾਇਆ ਹੁੰਦਾ ਤਾਂ ਮਨ ਨਾਲ ਲਕਸ਼ ਨੂੰ ਹਾਸਲ ਕਰਨ ਲਈ ਉਦਮ ਕਰਦਾ, ਪਰ ਕੋਈ ਲਕਸ਼ ਨਾ ਹੋਣ ਕਰਕੇ ਮਨ ਦੀ ਸੱਜੇ ਖੱਬੇ ਦੀ ਭਟਕਣਾ ਬਣੀ ਰਹਿੰਦੀ ਹੈ।
ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਤੇ ਆਏ। ਰੇ ਮਨ, ਆਲਸ ਕਿਉਂ ਕਰਦਾ ਹੈ? ਗੁਰੂ ਦੀ ਸ਼ਰਣੀ ਪੈ ਕੇ ਪਰਮਾਤਮਾ ਦਾ ਨਾਮ ਸਿਮਰ। ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ। ਦੂਸਰਾ, ਮਨ ਦੀ ਭਟਕਣਾ ਦਾ ਕਾਰਨ ਹੈ ਕਿ ਮਨ ਮੈਲਾ ਹੈ। ਪਰਮਾਤਮਾ ਨੇ ਤਾਂ ਮਨ ਨਿਰਮਲ ਭੇਜਿਆ ਸੀ, ਫਿਰ ਇਹ ਮੈਲਾ ਕਿਵੇਂ ਹੋ ਗਿਆ? ਮਨ ਨੂੰ ਪਰਮਾਤਮਾ ਨੇ ਕੁਝ ਟੂਲਸ ਦੇ ਕੇ ਭੇਜਿਆ ਸੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੰਸਾਰ ਵਿੱਚ ਵਿਚਰਨ ਵਾਸਤੇ, ਇਸ ਸੰਸਾਰ ਦੀ ਕਾਰ ਚਲਾਉਣ ਵਾਸਤੇ ਇਹ ਬਹੁਤ ਜ਼ਰੂਰੀ ਸਨ। ਪਰ ਮਨੁੱਖ ਨੇ ਇਹਨਾਂ ਭਾਵਨਾਵਾਂ ਦੀ ਵਰਤੋਂ ਕਰਨ ਲੱਗਿਆ ਅਤ ਕਰ ਦਿੱਤੀ। ਜਦ ਤੱਕ ਮਨੁੱਖ ਦੀ ਕੋਈ ਭਾਵਨਾ ਮਰਿਆਦਾ ਵਿੱਚ ਰਹੇ ਤਾਂ ਮਨ ਨਿਰਮਲ ਰਹਿੰਦਾ ਹੈ, ਪਰ ਕੋਈ ਵੀ ਭਾਵਨਾ ਮਰਿਆਦਾ ਤੋਂ ਬਾਹਰ ਹੋ ਜਾਏ ਤਾਂ ਮਨ ਨੂੰ ਮੈਲਾ ਹੀ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਜੇਕਰ ਕਾਮ ਮਰਿਆਦਾ ਤੋਂ ਬਾਹਰ ਚਲਿਆ ਜਾਏ ਤਾਂ ਮਨੁੱਖ ਆਚਰਣ ਤੋਂ ਡਿੱਗ ਜਾਂਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰ ਜੇ ਗ੍ਰਹਿਸਥੀ ਮਰਿਆਦਾ ਵਿੱਚ ਰਹੇ ਵਸਦਾ ਹੈ। ਕ੍ਰੋਧ ਅਗਰ ਸੀਮਾ ਤੋਂ ਲੰਘ ਜਾਏ ਤਾਂ ਹਿੰਸਾ ਬਣ ਜਾਂਦਾ ਹੈ। ਜੇਕਰ ਗੁਰੂ ਦੇ ਉਪਦੇਸ਼ ਵਿੱਚ ਚੱਲੇ ਤਾਂ ਬੀਜ ਰਸ ਵਿੱਚ ਤਬਦੀਲ ਹੋ ਜਾਂਦਾ ਹੈ। ਲੋਭ ਸੰਸਾਰਿਕ ਤਰੱਕੀ ਵਾਸਤੇ ਲਾਜ਼ਮੀ ਹੈ, ਪਰ ਜੇ ਹੱਦ ਪਾਰ ਕਰ ਜਾਏ ਤਾਂ ਮਨੁੱਖ ਨੂੰ ਤ੍ਰਿਸ਼ਨਾਲੂ ਬਣਾ ਦਿੰਦਾ ਹੈ। ਪਰ ਜੇਕਰ ਗੁਰੂ ਦੇ ਗਿਆਨ ਦੀ ਮਰਿਆਦਾ ਵਿੱਚ ਰਹੇ ਤਾਂ ਸੰਤੋਖੀ ਅਤੇ ਪਰਉਪਕਾਰੀ ਬਣ ਜਾਂਦਾ ਹੈ। ਮੋਹ ਜੇਕਰ ਸੀਮਾ ਤੋਂ ਵੱਧ ਜਾਏ ਤਾਂ ਮਨੁੱਖ ਨੂੰ ਸਵਾਰਥੀ ਬਣਾ ਦਿੰਦਾ ਹੈ, ਪਰ ਜੇਕਰ ਮਰਿਆਦਾ ਵਿੱਚ ਹੋਵੇ ਤਾਂ ਗੁਰੂ ਦੀ ਕਿਰਪਾ ਸਦਕਾ ਇਹ ਪ੍ਰੇਮ ਵਿੱਚ ਬਦਲ ਜਾਂਦਾ ਹੈ। ਪ੍ਰੇਮ ਦੀ ਸ਼ੁਰੂਆਤ ਮੋਹ ਤੋਂ ਹੀ ਹੁੰਦੀ ਹੈ, ਪਰ ਮੋਹ ਦਾ ਅੰਤ ਪ੍ਰੇਮ ਤੇ ਜਾ ਕੇ ਹੁੰਦਾ ਹੈ। ਇਸੇ ਤਰ੍ਹਾਂ ਹੰਕਾਰ ਹੱਦ ਤੋਂ ਵੱਧ ਜਾਏ ਤਾਂ ਮਨੁੱਖ ਨੂੰ ਜ਼ਾਲਮ ਬਣਾ ਦਿੰਦਾ ਹੈ। ਜੇ ਸੀਮਾ ਵਿੱਚ ਹੈ ਤਾਂ ਗੁਰੂ ਦੀ ਮਿਹਰ ਨਾਲ ਨਿਰਮਾਣਤਾ ਧਾਰਨ ਕਰ ਲੈਂਦਾ ਹੈ। ਫਿਰ ਜੋ ਕੁਝ ਮਨੁੱਖ ਦੇ ਕੋਲ ਹੋਵੇ, ਮਨ ਉਸਨੂੰ ਦੇਖਦਾ ਹੀ ਨਹੀਂ। ਇਸ ਦੀ ਨਜ਼ਰ ਹਮੇਸ਼ਾ ਉਸ ਤੇ ਹੁੰਦੀ ਹੈ ਜੋ ਅਜੇ ਵੀ ਕੋਲ ਨਹੀਂ ਹੈ। ਕੋਈ ਵਸਤੂ ਦੇਖੀ ਤਾਂ ਮਨ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਵੱਲ ਚੱਲ ਪੈਂਦਾ ਹੈ ਤੇ ਮਨੁੱਖ ਮਨ ਦੇ ਪਿੱਛੇ ਚੱਲ ਪੈਂਦਾ ਹੈ। ਜਿਸ ਦੇ ਪਿੱਛੇ ਤੁਰੇ ਹਾਂ, ਇਸ ਦੀ ਲੋੜ ਵੀ ਹੈ ਜਾਂ ਨਹੀਂ, ਇਹ ਨਿਰਣਾ ਤਾਂ ਬੁੱਧੀ ਨੇ ਦੇਣਾ ਸੀ। ਪਰ ਮਨ ਦੇ ਪਿੱਛੇ ਲੱਗਿਆ ਮਨੁੱਖ ਬੁੱਧੀ ਦੀ ਸੁਣਦਾ ਹੀ ਕਿੱਥੇ ਹੈ? ਮਨ ਦਾ ਇਹ ਸੁਭਾਅ ਹੌਲੀ ਹੌਲੀ ਤ੍ਰਿਸ਼ਨਾ ਬਣ ਜਾਂਦਾ ਹੈ। ਸਾਧੋ ਇਹ ਮਨ ਕਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾਥੇ ਤਿਰ ਨਾ ਰਹਾਈ। ਸੰਸਾਰ ਵਿੱਚ ਤਰੱਕੀ ਕਰਨੀ ਹੋਵੇ ਤਾਂ ਮਨ ਦੀ ਅਸੰਤੁਸ਼ਟੀ ਚਾਹੀਦੀ ਹੈ, ਪਰ ਪਰਮਾਰਥ ਤਰੱਕੀ ਤਾਂ ਮਨ ਦੀ ਸੰਤੁਸ਼ਟੀ ਤੋਂ ਹੀ ਸ਼ੁਰੂ ਹੁੰਦੀ ਹੈ। ਸੱਚ ਮਿਲੈ ਸੰਤੋਖੀਆ, ਹਰ ਜਪ ਏਕੈ ਪਾਏ। ਫਿਰ ਮਨ ਮੈਲਾ ਹੁੰਦਾ ਹੈ ਗਲਤ ਵਿਚਾਰਾਂ ਕਰਕੇ, ਅਤੇ ਗਲਤ ਵਿਚਾਰ ਪੈਦਾ ਹੁੰਦੇ ਹਨ ਗਲਤ ਸੰਗਤ ਦੇ ਵਿੱਚੋਂ। ਮਨ ਦੀ ਘਾੜਤ ਆਸ-ਪਾਸ ਦੇ ਮਾਹੌਲ ਤੋਂ ਵੀ ਹੁੰਦੀ ਹੈ। ਜਿਸ ਤਰ੍ਹਾਂ ਦਾ ਮਾਹੌਲ ਘਰ ਵਿੱਚ ਹੋਵੇਗਾ, ਜਿਸ ਤਰ੍ਹਾਂ ਦੇ ਲੋਕਾਂ ਦਾ ਘਰ ਵਿੱਚ ਆਣਾ ਜਾਣਾ ਹੋਵੇਗਾ, ਜੈਸੀ ਸੰਗੀ ਮਿੱਤਰ ਹੋਣਗੇ, ਜੈਸਾ ਸਮਾਜਿਕ ਮਾਹੌਲ ਹੋਵੇਗਾ, ਉਸ ਦਾ ਸਾਰਾ ਪ੍ਰਭਾਵ ਮਨ ਦੀ ਘਾੜਤ ਤੇ ਪਵੇਗਾ। ਫਿਰ ਜਿਸ ਨਾਲ ਮਨੁੱਖ ਦਾ ਬਹੁਤਾ ਪਿਆਰ, ਬਹੁਤਾ ਲਗਾਵ ਹੋਵੇਗਾ, ਮਨ ਉਸ ਦਾ ਪ੍ਰਭਾਵ ਜ਼ਿਆਦਾ ਖੋਲੇਗਾ। ਜੇਕਰ ਮਾਤਾ ਪਿਤਾ ਧਰਮੀ ਹਨ ਅਤੇ ਉਹਨਾਂ ਨਾਲ ਮਨੁੱਖ ਦਾ ਬਹੁਤਾ ਪ੍ਰੇਮ ਵਿਸ਼ਵਾਸ ਡੂੰਘਾ ਹੈ ਤਾਂ ਮਨ ਬਾਹਰ ਦੇ ਗਲਤ ਅਸਰ ਨੂੰ ਨਹੀਂ ਕਬੂਲੇਗਾ। ਪਰ ਜੇਕਰ ਬਾਹਰ ਸੰਗੀ ਸਾਥੀਆਂ ਨਾਲ ਡੂੰਘਾ ਪ੍ਰੇਮ ਹੈ ਤੇ ਘਰ ਵਿੱਚ ਧਾਰਮਿਕ ਮਾਹੌਲ ਹੁੰਦਿਆਂ ਹੋਇਆਂ ਵੀ ਮਨੁੱਖ ਕੁਰਾਹੇ ਪੈ ਹੀ ਜਾਏਗਾ। ਇਸ ਲਈ ਹਰ ਧਰਮ ਵਿੱਚ ਮਨੁੱਖ ਨੂੰ ਸਹੀ ਅਤੇ ਗੁਰਮੁਖ ਜਨਾਂ ਦੀ ਸੰਗਤ ਕਰਨ ਲਈ ਕਿਹਾ ਜਾਂਦਾ ਹੈ। ਸਾਕਤ ਸੰਗ ਨਾ ਕੀਜਈ ਪਿਆਰੇ, ਜੇਕਾ ਪਾਰ ਵਸਾਏ, ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋਹ ਮੋਹ ਕਾਲੇ ਉੱਠ ਜਾਏ। ਭਾਵ ਹੈ ਭਾਈ, ਜਿੱਥੇ ਤੱਕ ਹੋ ਸਕੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਦੇਣਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਮਨੁੱਖ ਨੂੰ ਮਿਲਿਆ ਪਰਮਾਤਮਾ ਵਿਸਰ ਜਾਂਦਾ ਹੈ, ਅਤੇ ਜਿਹੜਾ ਮਨੁੱਖ ਸਾਕਤ ਦੀ ਸੰਗਤ ਕਰਦਾ ਹੈ ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਿਆ ਜਾਂਦਾ ਹੈ। ਕਬੀਰ ਜੀ ਵੀ ਕਹਿੰਦੇ ਹਨ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੇ ਦਾਗ। ਮਨ ਕਿਉਂਕਿ ਵਿਚਾਰ ਦਾ ਸੰਗ੍ਰਹਿ ਹੈ, ਇਸ ਲਈ ਗਲਤ ਵਿਚਾਰਾਂ ਕਰਕੇ ਇਹ ਮੈਲਾ ਹੋ ਜਾਂਦਾ ਹੈ। ਫਿਰ ਮਨ ਦੇ ਮੈਲੇ ਹੋਣ ਨਾਲ ਮਨੁੱਖ ਦੇ ਸਾਰੇ ਕਰਮ ਮੈਲੇ ਹੋ ਜਾਂਦੇ ਹਨ, ਕਿਉਂਕਿ ਕਰਮ ਕਰਨ ਦਾ ਸੰਕਲਪ ਵੀ ਮਨ ਵਿੱਚੋਂ ਹੀ ਉਪਜਦਾ ਹੈ। ਜੈਸੀ ਮਨ ਦੀ ਅਵਸਥਾ ਹੁੰਦੀ ਹੈ, ਮਨੁੱਖ ਵੈਸੇ ਹੀ ਕਰਮ ਕਰਦਾ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹਛਾ ਨਾ ਹੋਏ।
ਮਨ ਦੇ ਮੈਲੇ ਹੋਣ ਦਾ ਦੂਜਾ ਕਾਰਨ ਹੈ ਦੁਬਿਧਾ। ਦੁਬਿਧਾ ਭਾਵ ਦੁਚਿੱਤਾਪਨ, ਜਿੱਥੇ ਸੰਕਲਪ ਜਾਂ ਵਿਕਲਪ ਵਿੱਚੋਂ ਇੱਕ ਚੁਣਨਾ ਔਖਾ ਹੋਵੇ। ਅਧਿਆਤਮਿਕ ਵਿਕਾਸ ਦੇ ਮਾਰਗ ਦੇ ਵਿੱਚ ਦੁਬਿਧਾ ਵੱਡੀ ਰੁਕਾਵਟ ਹੈ ਅਤੇ ਦੁਖਦਾਈ ਵੀ ਹੈ। ਮਨੁੱਖ ਦਾ ਮਨ ਜ਼ਿਆਦਾਤਰ ਦੁਬਿਧਾ ਵਿੱਚ ਹੀ ਪਿਆ ਰਹਿੰਦਾ ਹੈ। ਗੁਰੂ ਦੇ ਗਿਆਨ ਵਾਲੇ ਵਿਵੇਕ ਬੁੱਧੋਂ ਵਾਂਝਾ ਮਨੁੱਖ ਮਨ ਹਰ ਕੰਮ ਵੇਲੇ ਦੁਬਿਧਾ ਵਿੱਚ ਹੀ ਪਿਆ ਹੁੰਦਾ ਹੈ। ਦੁਬਿਧਾ ਬਾਂਧਾ ਆਵੈ ਜਾਵੈ, ਲਿਖਿਆ ਲੇਖ ਨਾ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਭਾਵ ਮਨੁੱਖ ਮੋਹ ਵਾਲੀ ਤੇਰ ਮੇਰ ਵਿੱਚ ਫਸਿਆ ਹੋਇਆ ਵਿਕਾਰਾਂ ਵਿੱਚ ਜੰਮਦਾ ਮਰਦਾ ਰਹਿੰਦਾ ਹੈ। ਉਸਦੇ ਮੱਥੇ ਦੇ ਲੇਖ ਭਾਵ ਦੁਬਿਧਾ ਵਾਲੀ ਸੋਚ ਨੂੰ ਕੋਈ ਮਿਟਾ ਨਹੀਂ ਸਕਦਾ। ਕੇਵਲ ਉਹੀ ਮਨੁੱਖ ਦੁਬਿਧਾ ਤੋਂ ਖਲਾਸੀ ਪ੍ਰਾਪਤ ਕਰਦਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਜਪ ਤਪ, ਦਾਨ ਪੁੰਨ, ਵਰਤ ਨੇਮ, ਤੀਰਥ ਇਸ਼ਨਾਨ, ਮੜੀਆਂ ਮਸਾਨਾ ਦੀ ਪੂਜਾ, ਇਹ ਸਾਰੇ ਕਰਮ ਕਾਂਡ ਦੁਬਿਧਾ ਦੇ ਹੀ ਲੱਛਣ ਹਨ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਪਾਸੇ ਝਾਂਕਣਾ ਦੁਬਿਧਾ ਹੀ ਹੈ। ਰੱਬੀ ਗੁਣਾਂ ਨੂੰ ਵਿਸਾਰ ਕੇ ਔਗੁਣਾਂ ਵਿੱਚ ਜੀਣਾ, ਊਚ ਨੀਚ, ਜਾਤ ਪਾਤ, ਅਮੀਰ ਗਰੀਬ, ਤੇਰ ਮੇਰ ਦੇ ਵਿਤਕਰਿਆਂ ਵਿੱਚ ਜੀਵਨ ਖੁਆਰ ਹੀ ਹੁੰਦਾ ਹੈ। ਜਾਤ ਪਾਤ, ਊਚ ਨੀਚ ਵਾਲੀ ਸੋਚ ਕਦੇ ਵੀ ਪਰਮਾਤਮਾ ਨਾਲ ਮਿਲਾਪ ਨਹੀਂ ਕਰਾ ਸਕਦੀ, ਕਿਉਂਕਿ ਪਰਮਾਤਮਾ ਦੀ ਕੋਈ ਜਾਤ ਪਾਤ ਹੈ ਹੀ ਨਹੀਂ, ਨਾ ਹੀ ਪਰਮਾਤਮਾ ਨੇ ਕੋਈ ਜਾਤ ਪਾਤ ਬਣਾਈ ਹੈ। ਫਿਰ ਦੂਜਾ, ਬਾਹਰੋਂ ਤਾਂ ਮਨੁੱਖ ਧਾਰਮਿਕ ਬਾਣਾ ਪਾ ਲਵੇ ਤੇ ਅੰਦਰ ਵਿਕਾਰ ਤੇ ਅਵਗੁਣ ਹੋਣ। ਭਾਵ ਗੁਰੂ ਦੀ ਸਿੱਖਿਆ ਤਾਂ ਮਨ ਵਿੱਚ ਧਾਰਨ ਨਹੀਂ ਕੀਤੀ, ਪਰ ਬਾਹਰੋਂ ਪੂਰਾ ਦਿਖਾਵਾ ਕਰ ਰਿਹਾ ਹੈ, ਤਾਂ ਵੀ ਮਨ ਦੀ ਭਟਕਣਾ ਬਣੀ ਹੀ ਰਹੇਗੀ। ਛੋੜੋ ਵੇਸ ਪੇਖ ਚਤੁਰਾਈ, ਦੁਬਿਧਾ ਇਹ ਪਲ ਨਾ ਹੀ ਜਿਉ। ਬਾਹਰੋਂ ਧਾਰਮਿਕ ਵੇਸ ਤੇ ਅੰਦਰ ਦੁਨੀਆ ਨੂੰ ਠੱਗਣ ਵਾਲੀ ਚਤੁਰਾਈ, ਇਸ ਦੋ ਰੁਖੀ ਚਾਲ ਵਿੱਚ ਪਿਆ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ ਨਹੀਂ ਮਿਲ ਸਕਦਾ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਈ, ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ। ਜ਼ੁਬਾਨ ਨਾਲ ਤਾਂ ਮਨੁੱਖ ਹਰੀ ਦਾ ਨਾਮ ਜਪ ਰਿਹਾ ਹੈ, ਪਰ ਇਹ ਸੋਝੀ ਹੀ ਨਹੀਂ ਹੈ ਕਿ ਕੀ ਕਹਿ ਰਿਹਾ ਹੈ ਤੇ ਇਸ ਦਾ ਕੀ ਅਰਥ ਹੈ। ਐਸੇ ਮਨੁੱਖ ਦਾ ਮਨ ਮਾਇਆ ਦੇ ਮੋਹ ਵਿੱਚ ਪਿਆ ਕੇਵਲ ਨਾਮ ਰਟਣ ਨਾਲ ਹੀ ਮਨ ਦਾ ਟਿਕਾਓ ਚਾਹੁੰਦਾ ਹੈ। ਰਾਮ ਨਾਮ ਸਭ ਕੋ ਕਹੈ, ਕਹੀਏ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੇ ਕੋਈ। ਜਦ ਤੱਕ ਰਮੇ ਹੋਏ ਰਾਮ ਦਾ ਨਾਮ ਭਾਵ ਰੱਬੀ ਗੁਣ ਮਨ ਪੂਰੀ ਤਰ੍ਹਾਂ ਧਾਰਨ ਨਹੀਂ ਕਰਦਾ, ਤਦ ਤੱਕ ਮਨ ਕੋਈ ਫਲ ਪ੍ਰਾਪਤ ਨਹੀਂ ਕਰ ਸਕਦਾ। ਅਸੀਂ ਹੁਣ ਤੱਕ ਮਨ ਦੀ ਸਮੱਸਿਆਵਾਂ ਦੀ ਗੱਲ ਕੀਤੀ ਹੈ। ਇਹਨਾਂ ਸਮੱਸਿਆਵਾਂ ਦਾ ਸਮਾਧਾਨ ਵੀ ਅਸੀਂ ਦੇਖਦੇ ਹਾਂ। ਇਹਦਾ ਸਮਾਧਾਨ ਵੀ ਗੁਰਬਾਣੀ ਦੇ ਵਿੱਚ ਹੀ ਹੈ। ਅਸੀਂ ਵਿਚਾਰ ਕੀਤੀ ਹੈ ਕਿ ਮਨ ਦਾ ਝੁਕਾਅ ਜ਼ਿਆਦਾਤਰ ਸਰੀਰ ਵੱਲ ਹੀ ਰਹਿੰਦਾ ਹੈ। ਇਸ ਦਾ ਕਾਰਨ ਪੁਰਾਤਨ ਲੋਕਾਂ ਨੇ ਗਿਆਨ ਇੰਦਰੀਆਂ ਨੂੰ ਸਮਝਿਆ ਤੇ ਸਾਰਾ ਜ਼ੋਰ ਗਿਆਨ ਇੰਦਰੀਆਂ ਨੂੰ ਬੰਦ ਕਰਨ ਤੇ ਲਾ ਦਿੱਤਾ। ਅੱਖਾਂ ਬੰਦ ਕਰਕੇ ਵੀ ਕੋਈ ਕੰਮ ਨਹੀਂ ਕਰ ਸਕਦਾ। ਕੰਨ ਤੇ ਜ਼ੁਬਾਨ ਬੰਦ ਕਰਕੇ ਜਗਤ ਵਿੱਚ ਵਿਚਰਨਾ ਔਖਾ ਹੋ ਜਾਂਦਾ ਹੈ। ਇਸ ਲਈ ਇਹਨਾਂ ਸਾਧਨਾਂ ਨੂੰ ਅਪਣਾਉਣ ਵਾਲੇ ਬਹੁਤ ਥੋੜੇ ਹੀ ਲੋਕ ਸਨ, ਜੋ ਖੁਦ ਗ੍ਰਸਤੀਆਂ ਦੇ ਆਸਰੇ ਪਲਦੇ ਤੇ ਫਿਰ ਉਹਨਾਂ ਗ੍ਰਸਤੀਆਂ ਨੂੰ ਹੀ ਪਾਪੀ ਤੇ ਮਾੜਾ ਕਹਿੰਦੇ। ਗੁਰੂ ਸਾਹਿਬ ਨੇ ਇਸ ਫੋਕੇ ਕਰਮ ਕਾਂਡ ਤੋਂ ਜਗਤ ਨੂੰ ਜਾਣੂ ਕਰਵਾਇਆ, ਕਿਉਂਕਿ ਜੋ ਲੋਕ ਇਹ ਕਰਮ ਕਾਂਡ ਕਰ ਰਹੇ ਸਨ ਉਹ ਵੀ ਮਨ ਦੇ ਰੋਗਾਂ ਨਾਲ ਗਰਸੇ ਹੋਏ ਸਨ। ਗੁਰੂ ਸਾਹਿਬ ਨੇ ਇੱਕ ਨਵਾਂ ਸਿਧਾਂਤ ਜਗਤ ਨੂੰ ਦਿੱਤਾ ਕਿ ਅੱਖਾਂ ਬੰਦ ਨਹੀਂ ਕਰਨੀਆਂ ਹਨ, ਬਲਕਿ ਇਹਨਾਂ ਦੀ ਤਕਣੀ ਨੂੰ ਠੀਕ ਕਰਨਾ ਹੈ। ਪਰਮਾਤਮਾ ਨੂੰ ਵੇਖਣ ਵਾਸਤੇ ਅੱਖਾਂ ਨੂੰ ਬੰਦ ਕਰਨ ਦੀ ਲੋੜ ਨਹੀਂ, ਕਿਉਂਕਿ ਘਟ ਘਟ ਮੇ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੈ ਭਜ ਮਨਾ, ਭਉ ਨਿਧ ਉਤਰੈ ਪਾਰ। ਮਾਤਾ ਪਿਤਾ ਆਪਣੇ ਮਾਤਾ ਪਿਤਾ ਵਿੱਚੋਂ, ਆਪਣੇ ਬੱਚਿਆਂ ਵਿੱਚੋਂ, ਜੀਵਨ ਸਾਥੀ ਵਿੱਚੋਂ, ਗੁਆਂਢੀਆਂ ਵਿੱਚੋਂ ਪਰਮਾਤਮਾ ਦੀ ਜੋਤ ਵਸਦੀ ਦੇਖੋ। ਮਾਤਾ ਪਿਤਾ ਦੀਆਂ ਲੋੜਾਂ ਦੇਖੋ, ਉਸਦੀ ਪੂਰਤੀ ਕਰੋ। ਬੱਚਿਆਂ ਦੀਆਂ ਖੇਡਾਂ ਦੇਖੋ, ਉਹਨਾਂ ਦੀ ਪੜ੍ਹਾਈ ਦੇਖੋ, ਉਹਨਾਂ ਦਾ ਸਾਥ ਦੇਵੋ। ਜੀਵਨ ਸਾਥੀ ਦੀ ਮਿਹਨਤ ਦੇਖੋ, ਉਸਦਾ ਸਾਥ ਦੇਵੋ। ਗੁਆਂਢੀਆਂ ਦਾ ਹਾਲ ਚਾਲ ਪੁੱਛ ਲਵੋ। ਇਸੇ ਤਰ੍ਹਾਂ ਜ਼ੁਬਾਨ ਨੂੰ ਮੌਨ ਕਰਨ ਦੀ ਲੋੜ ਨਹੀਂ। ਇਸ ਜ਼ੁਬਾਨ ਨਾਲ ਸੱਚ ਬੋਲੋ, ਮਿੱਠੇ ਬੋਲ ਬੋਲੋ, ਪਰਮਾਤਮਾ ਦੀ ਸਿਫਤ ਦੇ ਬੋਲ ਬੋਲੋ, ਕਿਸੇ ਵਾਸਤੇ ਆਦਰ ਸਤਿਕਾਰ ਦੇ ਬੋਲ ਬੋਲੋ। ਜ਼ੁਬਾਨ ਕਿਸੇ ਦੀ ਨਿੰਦਿਆ ਚੁਗਲੀ ਦਾ ਰਸ ਚਾਹੇ ਕਿੰਨਾ ਹੀ ਮਾਣ ਲਈ ਜਾਵੇ, ਕਿੰਨਾ ਹੀ ਮਾਣ ਲਵੇ, ਪਰ ਰਜਦੀ ਨਹੀਂ।
ਬਲਕਿ ਇਸ ਦੀ ਪਿਆਸ ਨਿੰਦਾ ਚੁਗਲੀ ਵਾਲੀ ਹੋਰ ਵੱਧਦੀ ਜਾਂਦੀ ਹੈ। ਪਰ ਜੇਕਰ ਇਸ ਜ਼ੁਬਾਨ ਨਾਲ ਮਨੁੱਖ ਮਿੱਠੇ ਬੋਲ ਬੋਲੇ, ਪ੍ਰੇਮ ਦੇ ਬੋਲ ਬੋਲੇ, ਸਿਫਤ ਸਲਾਹ ਦੇ ਬੋਲ ਬੋਲੇ, ਤਾਂ ਫਿਰ ਪ੍ਰੇਮ ਦੀ ਬੋਲੀ ਦੀ ਮਿਠਾਸ ਨਾਲ ਇਸ ਦੀ ਨਿੰਦਿਆ ਚੁਗਲੀ ਦੀ ਪਿਆਸ ਵੀ ਖਤਮ ਹੋ ਜਾਂਦੀ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਫਿਰ ਕੰਨ ਵਿੱਚ ਮੁੰਦਰਾ ਪਾਣੀਆਂ ਹਨ, ਤਾਂ ਰੱਬ ਦੀ ਸਿਫਤ ਸਲਾਹ ਦੀਆਂ ਮੁੰਦਰਾ ਪਾਵੋ। ਇਹ ਕੰਨ ਗੁਰੂ ਦਾ ਉਪਦੇਸ਼ ਸੁਣਨ, ਕਿਸੇ ਗਰੀਬ ਲੋੜਵੰਦ ਦੀ ਪੁਕਾਰ ਸੁਣਨ, ਕਿਸੇ ਦਾ ਦੁੱਖ ਦਰਦ ਸੁਣ ਕੇ ਉਸਦਾ ਸਹਾਰਾ ਬਣਨ, ਕਿਸੇ ਮਜ਼ਲੂਮ ਦਾ ਆਸਰਾ ਬਣਨ। ਫਿਰ ਪ੍ਰਭੂ ਦੀ ਕਾਇਨਾਤ ਵਿੱਚ ਅਨੇਕਾਂ ਹੀ ਆਵਾਜ਼ਾਂ, ਅਨੇਕਾਂ ਹੀ ਕੌਤਕ ਹੋ ਰਹੇ ਹਨ। ਪੰਛੀਆਂ ਦੀਆਂ ਮਿੱਠੀਆਂ ਬੋਲੀਆਂ, ਤੇਜ਼ ਹਵਾ ਦੀ ਆਵਾਜ਼, ਦਰਖਤਾਂ ਦੇ ਹਿੱਲਣ ਦੀ ਆਵਾਜ਼, ਬਾਰਿਸ਼ ਦੀ ਬੂੰਦਾਂ ਦੀ ਆਵਾਜ਼, ਭੌਰਿਆਂ ਦੀ ਆਵਾਜ਼, ਵਗਦੇ ਹੋਏ ਪਾਣੀ ਦੀ ਆਵਾਜ਼, ਹੋਰ ਨਾ ਜਾਣੇ ਕਿੰਨੀਆਂ ਹੀ ਆਵਾਜ਼ਾਂ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਨੰਦ ਲੈ ਸਕਦੇ ਹਾਂ, ਪ੍ਰਭੂ ਨੂੰ ਯਾਦ ਕਰ ਸਕਦੇ ਹਾਂ। ਭਾਵ ਮਨ ਦਾ ਝੁਕਾਵ ਜਦੋਂ ਸਰੀਰ ਵੱਲ ਵੀ ਹੋਵੇ, ਤਾਂ ਵੀ ਰੱਬੀ ਗੁਣਾਂ ਨਾਲ ਜੋੜ ਕੇ ਸਰੀਰ ਦੇ ਇੰਦਰੀਆਂ ਨੂੰ ਸਫਲ ਕਰ ਸਕਦੇ ਹਾਂ। ਮਨ ਹੀ ਬੰਧਨ ਹੈ, ਮਨ ਹੀ ਮੁਕਤੀ ਹੈ, ਮਨ ਹੀ ਦੋਸਤ ਹੈ, ਮਨ ਹੀ ਦੁਸ਼ਮਣ ਹੈ। ਮਨ ਜਦੋਂ ਤੱਕ ਸੰਸਾਰਿਕ ਪਦਾਰਥਾਂ ਤੋਂ ਪ੍ਰਭਾਵਿਤ ਹੋ ਕੇ ਮਨੁੱਖ ਨੂੰ ਵੀ ਇਹਨਾਂ ਦੇ ਮਗਰ ਲਾ ਦੇਵੇ, ਤਾਂ ਇਹ ਮਨ ਦੁਸ਼ਮਣ ਬਣ ਜਾਂਦਾ ਹੈ। ਹੁਣ ਇਹ ਮਨ ਸਾਰੇ ਵਿਸ਼ਿਆਂ ਨੂੰ ਭੋਗਣ ਵਿੱਚ ਸਰੀਰ ਦੀ ਸਾਰੀ ਤਾਕਤ ਲਗਾ ਦੇਵੇਗਾ। ਇਹਨਾਂ ਪਦਾਰਥਾਂ ਦੇ ਮੋਹ ਵਿੱਚ ਬੰਨਣ ਵਾਲਾ ਮਨ ਹੁਣ ਮਨੁੱਖ ਵਾਸਤੇ ਬੰਧਨ ਬਣ ਗਿਆ ਹੈ। ਹੁਣ ਕਿਸੇ ਦੁਸ਼ਮਣ ਨੂੰ ਕ੍ਰੋਧ ਨਾਲ ਜਾਂ ਹੁਕਮ ਚਲਾ ਕੇ ਤਾਂ ਮਿੱਤਰ ਨਹੀਂ ਬਣਾਇਆ ਜਾ ਸਕਦਾ। ਦੁਸ਼ਮਣੀ ਨੂੰ ਮਿੱਤਰਤਾ ਵਿੱਚ ਬਦਲਣ ਦਾ ਇੱਕੋ ਹੀ ਤਰੀਕਾ ਹੈ, ਪ੍ਰੇਮ। ਕਿਉਂਕਿ ਕ੍ਰੋਧ ਨਾਲ ਕਿਸੇ ਕੋਲੋਂ ਇੱਕ ਗਲਾਸ ਪਾਣੀ ਵੀ ਨਹੀਂ ਲੈ ਸਕਦੇ, ਪਰ ਪ੍ਰੇਮ ਨਾਲ ਤਾਂ ਕੋਈ ਜਿੰਦਵਾਰ ਨੂੰ ਵੀ ਤਿਆਰ ਹੋ ਜਾਂਦਾ ਹੈ। ਇੱਥੇ ਤੱਕ ਕਿ ਪ੍ਰੇਮ ਨਾਲ ਤਾਂ ਪਰਮਾਤਮਾ ਵੀ ਅਸੀਂ ਪਾ ਸਕਦੇ ਹਾਂ। ਭਗਤਾਂ ਨੇ ਪਰਮਾਤਮਾ ਨੂੰ ਪ੍ਰੇਮ ਨਾਲ ਹੀ ਪਾਇਆ ਹੈ। ਪ੍ਰੇਮ ਠਗੌਰੀ ਪਾਏ ਰਝਾਏ, ਗੋਬਿੰਦ ਮਨ ਮੋਹਿਆ ਜੀਓ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਹੇ ਭਾਈ, ਭਗਤ ਜਨਾਂ ਨੇ ਪ੍ਰੇਮ ਦੀ ਠੱਗ ਬੂਟੀ ਖਵਾ ਕੇ ਖੁਸ਼ ਕਰਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ। ਇਸ ਲਈ ਇਸ ਮਨ ਨੂੰ ਵੀ ਪ੍ਰੇਮ ਨਾਲ ਹੀ ਵਸ ਵਿੱਚ ਕੀਤਾ ਜਾ ਸਕਦਾ ਹੈ। ਇਤਨੇ ਸਮੇਂ ਤੋਂ ਮਨ ਰਾਜਾ ਬਣ ਕੇ ਬੈਠਾ ਹੈ, ਤੇ ਅਸੀਂ ਇੱਕਦਮ ਇਹਨੂੰ ਡੰਡਾ ਲੈ ਕੇ ਸੁਧਾਰਨ ਲੱਗ ਜਾਈਏ ਤੇ ਕਦੇ ਵੀ ਨਹੀਂ ਸੁਣੇਗਾ। ਬਸ ਇੰਨਾ ਹੀ ਕਹਿਣਾ ਮਨ ਨੂੰ ਕਿ ਹੇ ਮਨ, ਤੂੰ ਰਾਜਾ ਹੈ, ਤੂੰ ਰਾਜਾ ਹੀ ਰਹੇਗਾ, ਜੋ ਤੂੰ ਕਹੇਗਾ ਉਹੀ ਹੋਵੇਗਾ। ਬਸ ਇੱਕ ਵਾਰ ਕੋਈ ਕੰਮ, ਕੋਈ ਵਿਚਾਰ ਕਰਨ ਲੱਗਿਆ ਉਸ ਬਾਰੇ ਬੁੱਧੀ ਤੋਂ ਵੀ ਸਲਾਹ ਲੈ ਲਈ, ਕਿਉਂਕਿ ਹੁਣ ਤਾਂ ਬੁੱਧੀ ਤੇਰੀ ਮੰਤਰੀ ਹੈ, ਤੇਰੇ ਵਾਸਤੇ ਹੀ ਕੰਮ ਕਰੇਗੀ। ਰਾਜਾ ਭਾਵੇਂ ਸਾਡਾ ਮਨ ਹੀ ਰਹੇ, ਪਰ ਮੰਤਰਨਾ ਬੁੱਧੀ ਕੋਲੋਂ ਜ਼ਰੂਰ ਲੈ ਲਵੇ। ਫਿਰ ਹੌਲੀ ਹੌਲੀ ਬੁੱਧੀ ਜੋ ਸਹੀ ਗਲਤ ਜਾਣਦੀ ਹੈ, ਜਿਸਨੇ ਗੁਰੂ ਦੇ ਗਿਆਨ ਨੂੰ, ਗੁਰਮਤ ਨੂੰ ਹਾਸਲ ਕੀਤਾ ਹੈ, ਮਨ ਉਸ ਮੁਤਾਬਕ ਚੱਲਣਾ ਸ਼ੁਰੂ ਕਰ ਦੇਵੇਗਾ। ਗੁਰੂ ਦੇ ਗਿਆਨ ਨੂੰ ਪ੍ਰਾਪਤ ਹੋਈ ਬੁੱਧੀ ਵਿਵੇਕ ਬੁੱਧ ਬਣ ਜਾਂਦੀ ਹੈ, ਤੇ ਐਸੀ ਬੁੱਧੀ ਮਨ ਨੂੰ ਬੰਧਨ ਨਹੀਂ ਬਣਨ ਦਿੰਦੀ। ਫਿਰ ਮਨ ਵਿੱਚ ਉੱਠਣ ਵਾਲਾ ਹਰ ਸੰਕਲਪ ਵਿਵੇਕ ਬੁੱਧ ਨਾਲ ਰਲ ਕੇ ਰੱਬੀ ਗੁਣਾਂ ਵਾਲਾ ਹੀ ਹੋ ਜਾਂਦਾ ਹੈ। ਹੁਣ ਇੱਥੇ ਪ੍ਰਸ਼ਨ ਇਹ ਉੱਠਦਾ ਹੈ ਕਿ ਮਨੁੱਖ ਗੁਰੂ ਦੀ ਮੱਤ ਲੈਣ ਵਾਸਤੇ ਕਿਵੇਂ ਤਿਆਰ ਹੋਵੇ। ਹਰ ਮਨੁੱਖ ਦੇ ਅੰਦਰ ਜੀਵਨ ਦੇ ਵਿੱਚ ਇੱਕ ਵਾਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਤੇ ਕਿੱਥੇ ਚਲਿਆ ਜਾਵਾਂਗਾ। ਜ਼ਿਆਦਾਤਰ ਮਨੁੱਖ ਇਸ ਸਵਾਲ ਨੂੰ ਅਣਸੁਣਿਆ ਕਰ ਦਿੰਦੇ ਹਨ, ਪਰ ਜੇ ਥੋੜਾ ਵੀ ਧਿਆਨ ਇਸ ਸਵਾਲ ਵੱਲ ਕੋਈ ਦੇਵੇ ਤਾਂ ਇਹ ਸਵਾਲ ਬਾਰ-ਬਾਰ ਮਨ ਵਿੱਚ ਆਉਂਦਾ ਹੈ। ਇਸੇ ਸਵਾਲ ਦਾ ਜਵਾਬ ਲੱਭਣ ਵਾਸਤੇ, ਸਮਝਣ ਵਾਸਤੇ ਮਨੁੱਖ ਗੁਰੂ ਦੀ ਭਾਲ ਕਰਦਾ ਹੈ। ਸਹੀ ਜਾਣਕਾਰੀ ਨਾ ਮਿਲੇ ਤਾਂ ਕਈ ਵਾਰ ਪਾਖੰਡੀ ਗੁਰੂਆਂ ਕੋਲ ਵੀ ਚਲਿਆ ਜਾਂਦਾ ਹੈ। ਪਰ ਜੇਕਰ ਮਨ ਵਿੱਚ ਸਹੀ ਲਗਨ ਹੋਵੇ, ਸੱਚੀ ਲਗਨ ਹੋਵੇ, ਤਾਂ ਫਿਰ ਅਕਾਲ ਪੁਰਖ ਸਹਾਈ ਹੁੰਦੇ ਹਨ ਤੇ ਸੱਚੇ ਗੁਰੂ ਨਾਲ ਮੇਲ ਕਰਵਾ ਦਿੰਦੇ ਹਨ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨੇ ਨਾ ਪਾਇਓ, ਬਿਰਥਾ ਜਨਮ ਗਵਾਏ। ਗੱਲ ਬਸ ਇਤਨੀ ਹੈ ਕਿ ਮਨੁੱਖ ਆਪ ਕੀ ਚਾਹੁੰਦਾ ਹੈ, ਜਿਹੀ ਨੀਅਤ ਤੇਹੀ ਮੁਰਾਦ। ਅਸੀਂ ਜਦੋਂ ਆਪਣੀ ਨੀਅਤ ਸਾਫ਼ ਕਰਾਂਗੇ ਤਾਂ ਅਗਲੇ ਰਾਹ ਆਪਣੇ ਆਪ ਹੀ ਬਣਦੇ ਚਲੇ ਜਾਣਗੇ। ਅਸੀਂ ਪਹਿਲਾਂ ਮਨੁੱਖ ਨੂੰ ਆਪਣੇ ਆਪ ਨੂੰ ਜਾਣਨ ਦਾ ਚਾਅ ਹੋਵੇ, ਤਾਂ ਹੀ ਗੁਰੂ ਦੀ ਭਾਲ ਸ਼ੁਰੂ ਹੁੰਦੀ ਹੈ, ਅਤੇ ਇਹ ਚਾਅ ਗੁਰਮੁਖ ਜਨਾਂ ਦੀ ਸੰਗਤ ਵਿੱਚੋਂ ਪੈਦਾ ਹੁੰਦਾ ਹੈ। ਮਨ ਦਾ ਸੁੱਖ ਦੁੱਖ ਕੀ ਹੈ?
ਇਹ ਸਵਾਲ ਇਹਦੇ ਬਾਰੇ ਅਸੀਂ ਵਿਚਾਰ ਕਰਦੇ ਹਾਂ। ਬਾਹਰ ਦੀ ਦੁਨੀਆ ਵਿੱਚ ਵਿਚਰਦਾ ਹੋਇਆ ਮਨ ਦੁਨਿਆਵੀ ਪਦਾਰਥਾਂ ਅਤੇ ਹਾਲਾਤਾਂ ਨਾਲ ਹੀ ਆਪਣਾ ਦੁੱਖ ਸੁੱਖ ਜੋੜ ਲੈਂਦਾ ਹੈ। ਪਦਾਰਥ ਮਿਲ ਜਾਏ ਤਾਂ ਸੁਖੀ ਹੈ, ਨਾ ਮਿਲੇ ਤਾਂ ਦੁਖੀ ਹੈ। ਕੋਈ ਪਦਾਰਥ ਜਾਂ ਹਾਲਾਤ ਕਿਸੇ ਦੇ ਮਨ ਲਈ ਸੁਖ ਹੋਵੇ, ਪਰ ਹੋ ਸਕਦਾ ਹੈ ਉਹੀ ਪਦਾਰਥ ਕਿਸੇ ਦੂਜੇ ਦੇ ਮਨ ਲਈ ਦੁੱਖ ਹੋਵੇ। ਜਿਵੇਂ ਅੰਮ੍ਰਿਤ ਵੇਲੇ ਉੱਠਣਾ ਕਿਸੇ ਦੇ ਮਨ ਨੂੰ ਬਹੁਤ ਸੁਖ ਦਿੰਦਾ ਹੋਵੇ, ਪਰ ਜੋ ਰਾਤੀ ਲੇਟ ਕੰਮ ਕਰਕੇ ਆਇਆ ਹੈ ਉਸ ਨੂੰ ਅੰਮ੍ਰਿਤ ਵੇਲੇ ਉਠਾਉਣਾ ਦੁਖੀ ਕਰਨਾ ਹੈ। ਕਿਸੇ ਨੂੰ ਬਾਹਰ ਘੁੰਮਣ ਫਿਰਨ ਵਿੱਚ ਸੁਖ ਮਿਲਦਾ ਹੋਵੇ, ਪਰ ਕਿਸੇ ਦੀ ਸਿਹਤ ਬਾਹਰ ਘੁੰਮਣ ਫਿਰਨ ਨਾਲ ਵਿਗੜ ਜਾਂਦੀ ਹੋਵੇ। ਕਿਸੇ ਨੂੰ ਪੜ੍ਹਨ ਲਿਖਣ ਵਿੱਚ ਸੁਖ ਮਿਲਦਾ ਹੋਵੇ ਤੇ ਕਿਸੇ ਦਾ ਪੜ੍ਹਨ ਲਿਖਣ ਦੇ ਨਾਮ ਤੇ ਹੀ ਸਿਰ ਦੁਖਦਾ ਹੋਵੇ। ਜੇਕਰ ਮਨ ਦਾ ਮੂਲ ਸਰੋਤ ਸਭ ਦਾ ਇੱਕ ਹੈ ਤਾਂ ਮਨ ਦੇ ਮੂਲ ਰੋਗ ਵੀ ਸਭ ਦੇ ਇੱਕ ਹੋਣੇ ਚਾਹੀਦੇ ਹਨ। ਦਰਅਸਲ ਜਿਸ ਤੋਂ ਮਨ ਨੇ ਆਪਣਾ ਹੈ, ਇਹ ਮਨ ਦੇ ਨਹੀਂ, ਕੇਵਲ ਸਰੀਰ ਦੇ ਦੁੱਖ ਹਨ। ਨਿਰੋਗ ਅਤੇ ਨਿਰਮਲ ਮਨ ਨਾ ਸੁਖੀ ਹੁੰਦਾ ਹੈ ਨਾ ਦੁਖੀ ਹੁੰਦਾ ਹੈ। ਮਨ ਤਾਂ ਕੇਵਲ ਆਨੰਦਿਤ ਹੋ ਸਕਦਾ ਹੈ, ਪਰ ਮਨ ਨੇ ਕਦੀ ਇਹ ਅਵਸਥਾ ਭੋਗੀ ਹੀ ਨਹੀਂ। ਇਹ ਤਾਂ ਸਰੀਰ ਵਿੱਚ ਹੀ ਉਲਝਿਆ ਹੋਣ ਕਰਕੇ ਸਰੀਰ ਦੇ ਹੀ ਸੁੱਖ ਨੂੰ ਦੁੱਖ ਨੂੰ ਆਪਣਾ ਮੰਨੀ ਬੈਠਾ ਹੈ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਤੇ ਹੋਰ ਅਨੇਕਾਂ ਸ਼ਹੀਦਾਂ ਦੇ ਸਰੀਰ ਤੇ ਕਿਤਨਾ ਵੱਡਾ ਦੁੱਖ ਸੀ। ਤਨ ਕੱਟਿਆ ਜਾ ਰਿਹਾ ਹੈ, ਅੱਗ ਵਿੱਚ ਸਾੜਿਆ ਜਾ ਰਿਹਾ ਹੈ, ਉਬਾਲਿਆ ਜਾ ਰਿਹਾ ਹੈ। ਪਰ ਇਤਨਾ ਕਸ਼ਟ ਹੁੰਦਿਆਂ ਹੋਇਆ ਵੀ ਉਹ ਪਿਆਰੇ ਸਿੰਘ ਸ਼ਾਂਤ ਤੇ ਅਡੋਲ ਅਵਸਥਾ ਵਿੱਚ ਟਿਕੇ ਰਹੇ, ਕਿਉਂਕਿ ਉਹਨਾਂ ਦਾ ਮਨ ਆਨੰਦ ਵਿੱਚ ਸੀ ਤੇ ਤਨ ਦਾ ਦੁੱਖ ਮਨ ਤੱਕ ਪਹੁੰਚ ਹੀ ਨਹੀਂ ਰਿਹਾ ਸੀ। ਮਨ ਦਾ ਸੁੱਖ ਤਾਂ ਕੇਵਲ ਆਨੰਦ ਹੈ। ਮਸਕੀਨ ਜੀ ਕਿਹਾ ਕਰਦੇ ਸਨ ਕਿ ਦੁਨੀਆ ਵਿੱਚ ਹਰ ਅਹਿਸਾਸ ਦੇ ਸਾਹਮਣੇ ਦੂਜਾ ਅਹਿਸਾਸ ਖੜਾ ਹੈ। ਜਿਵੇਂ ਗਰਮੀ ਦੇ ਉਲਟ ਠੰਡ ਹੈ, ਅਮੀਰੀ ਦੇ ਉਲਟ ਗਰੀਬੀ ਹੈ, ਸਜ਼ਾ ਦੇ ਉਲਟ ਖਿਮਾ ਹੈ, ਕਮਜ਼ੋਰ ਦੇ ਉਲਟ ਤਾਕਤਵਰ ਹੈ, ਲੋਭ ਦੇ ਉਲਟ ਸੰਤੋਖ ਹੈ, ਕ੍ਰੋਧ ਦੇ ਉਲਟ ਸ਼ਾਂਤੀ ਹੈ, ਦੁੱਖ ਦੇ ਉਲਟ ਸੁੱਖ ਹੈ, ਪਰ ਆਨੰਦ ਦੇ ਉਲਟ ਕੁਝ ਵੀ ਨਹੀਂ ਹੈ। ਸਮੇਂ ਦੇ ਬਦਲਾਵ ਦੇ ਨਾਲ ਹਰ ਅਹਿਸਾਸ ਬਦਲ ਜਾਂਦਾ ਹੈ, ਪਰ ਜੇਕਰ ਆਨੰਦ ਜੀਵਨ ਦੇ ਵਿੱਚ ਪ੍ਰਗਟ ਹੋ ਜਾਏ ਤਾਂ ਫਿਰ ਇਹ ਬਦਲਦਾ ਨਹੀਂ, ਕਿਉਂਕਿ ਇਸ ਦੇ ਉਲਟ ਕੋਈ ਅਹਿਸਾਸ ਹੈ ਹੀ ਨਹੀਂ। ਦੁੱਖ ਸੁੱਖ ਇਹ ਬਾਂਦੇ ਜਹ ਨਾਹਿਨ, ਤੈ ਤੁਮ ਜਾਨੋ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਭਾਵ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਕੇ ਰੱਖਣ ਵਾਲਾ ਸਮਝੋ, ਜਿਸ ਨੂੰ ਨਾ ਕੋਈ ਦੁੱਖ ਨਾ ਕੋਈ ਸੁੱਖ ਆਪਣੇ ਪ੍ਰਭਾਵ ਵਿੱਚ ਬਣ ਸਕਦਾ ਹੈ। ਜੋ ਮਨੁੱਖ ਇਸ ਜੀਵਨ ਜੁਗਤ ਵਾਲਾ ਹੈ, ਉਸ ਮਨੁੱਖ ਨੂੰ ਲੋਭ ਮੋਹ ਦੁੱਖ ਸੁੱਖ ਤੋਂ ਖਲਾਸੀ ਮਿਲ ਗਈ ਸਮਝੋ। ਮਨ ਦੀ ਦੁਬਿਧਾ ਦਾ ਕਾਰਨ ਹੈ ਅਗਿਆਨਤਾ। ਅਗਿਆਨਤਾ ਦੇ ਵਸ ਹੋ ਕੇ ਮਨੁੱਖ ਦੁਬਿਧਾ ਵਿੱਚ ਪੈਂਦਾ ਹੈ। ਗੁਰੂ ਦੀ ਵਿਵੇਕ ਬੁੱਧ ਤੋਂ ਵਾਂਝਾ ਮਨ ਸਦਾ ਦੁਬਿਧਾ ਵਿੱਚ ਹੀ ਫਸਿਆ ਰਹਿੰਦਾ ਹੈ। ਇਸ ਤੋਂ ਨਿਕਲਣ ਦਾ ਸੌਖਾ ਰਸਤਾ ਗੁਰੂ ਸਾਹਿਬ ਦੱਸਦੇ ਹਨ, ਸਤਸੰਗਤ। ਹੋਏ ਇਕੱਤਰ ਮਿਲੋ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਭਾਵ ਮੇਰੇ ਭਾਈ ਇਕੱਠੇ ਹੋ ਕੇ ਸਾਧ ਸੰਗਤ ਵਿੱਚ ਬੈਠਿਆ ਕਰੋ ਅਤੇ ਜਾਤ ਪਾਤ ਊਚ ਨੀਚ ਦੇ ਵਿਤਕਰੇ ਮਿਟਾਇਆ ਕਰੋ। ਪ੍ਰਭੂ ਦਾ ਨਾਮ ਲੈਣ ਵਾਲਿਆਂ ਦੇ ਮਿੱਤਰ ਬਣ ਕੇ ਹਰੀ ਦਾ ਨਾਮ ਦੀ ਭਾਵ ਰੱਬੀ ਗੁਣਾਂ ਦੀ ਖੇਡ ਖੇਡਿਆ ਕਰੋ। ਗੁਰਮੁਖ ਜਨਾਂ ਦੀ ਸੰਗਤ ਵਿੱਚ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਫਿਰ ਮਨੁੱਖ ਵਿਅਰਥ ਦੇ ਕਰਮ ਕਾਂਡ ਤੇ ਜੰਜਾਲਾਂ ਵਿੱਚੋਂ ਨਿਕਲ ਜਾਂਦਾ ਹੈ। ਚੁਤਿਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ, ਰਾਮ ਤਨ ਮਨ ਤਨ ਬਸੈ, ਤਜ ਕਾਮ ਕ੍ਰੋਧ ਲੋਭ ਨੀਤ। हे ਭਾਈ, ਗੁਰੂ ਦੀ ਦੱਸੀ ਸੇਵਾ ਕਰੋ ਅਤੇ ਇਸ ਤਰ੍ਹਾਂ ਆਪਣੇ ਅੰਦਰੋਂ ਦੁਚਿੱਤੀ ਭਾਵ ਦੂਰ ਕਰ ਲਵੋ। ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਅਤੇ ਤਨ ਵਿੱਚ ਵਸ ਜਾਏਗਾ ਤਾਂ ਸਾਰੇ ਵਿਕਾਰ ਮਨ ਵਿੱਚੋਂ ਨਿਕਲ ਜਾਣਗੇ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ, ਗੁਰੂ ਦਾ ਹੁਕਮ ਸੁਣਨਾ, ਗੁਰਬਾਣੀ ਪੜ੍ਹਨਾ, ਗੁਰਮਤਿ ਦੀ ਪੜ੍ਹਾਈ ਦਾ ਥਿਊਰੀ ਪਾਠ ਹੈ ਅਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਉਸ ਉਪਦੇਸ਼ ਨੂੰ ਸਰੀਰ ਨਾਲ ਕਮਾਣਾ, ਇਹ ਪ੍ਰੈਕਟੀਕਲ ਕਰਨਾ ਹੈ। ਸਿੱਖ ਵਾਸਤੇ ਦੋਨੋਂ ਜ਼ਰੂਰੀ ਹਨ। ਸੱਚੀ ਸੁੱਚੀ ਕਿਰਤ ਕਰਨੀ, ਦਸਵੰਧ ਕੱਢਣਾ,
ਉਸ ਵਿੱਚੋਂ ਕਿਸੇ ਗਰੀਬ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਦਾ ਦੁੱਖ ਸੁੱਖ ਵੰਡਾਣਾ, ਕਿਸੇ ਦੀ ਹੱਥੀਂ ਸੇਵਾ ਕਰਨੀ, ਸਾਰਿਆਂ ਨਾਲ ਮਿੱਠਾ ਬੋਲਣਾ, ਇਹ ਰੱਬੀ ਗੁਣਾਂ ਦਾ ਪ੍ਰੈਕਟੀਕਲ ਹੈ। ਗੁਰੂ ਦੇ ਉਪਦੇਸ਼ ਨੂੰ ਕਮਾਇਆ ਮਨ ਵਿੱਚੋਂ ਦੁਬਿਧਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਅਤੇ ਸਿੱਖ ਦਾ ਸਿਦਕ ਫਿਰ ਕਦੇ ਡੋਲਦਾ ਨਹੀਂ। ਬਾਹਰੀ ਸੰਸਾਰ ਵਿੱਚ ਵਿਚਰਦੇ ਆ ਮਨੁੱਖ ਨੂੰ ਬਹੁਤ ਕੁਝ ਸੁਣਨਾ ਪੈਂਦਾ ਹੈ, ਪਰ ਹਰ ਹਾਲਾਤ ਵਿੱਚ ਆਪਣੇ ਆਪ ਤੇ ਆਪਣੇ ਗੁਰੂ ਦੀ ਮੱਤ ਤੇ ਭਰੋਸਾ ਬਣਾਈ ਰੱਖੀਏ। ਇੱਕ ਛੋਟੀ ਜਿਹੀ ਕਹਾਣੀ ਹੈ। ਇੱਕ ਨਗਰ ਵਿੱਚ ਇੱਕ ਰਾਜਾ ਸੀ ਜੋ ਬੜਾ ਹੀ ਕਲਾ ਪ੍ਰੇਮੀ ਸੀ। ਉਸਦੇ ਦਰਬਾਰ ਦੇ ਵਿੱਚ ਕਲਾਕਾਰਾਂ ਦਾ ਬੜਾ ਸਤਿਕਾਰ ਹੁੰਦਾ ਸੀ। ਸਮੇਂ-ਸਮੇਂ ਉਹ ਪ੍ਰਜਾ ਦੇ ਦੁੱਖ ਸੁੱਖ ਵੀ ਸੁਣਦਾ ਹੁੰਦਾ ਸੀ। ਇੱਕ ਦਿਨ ਉਸਦੇ ਦਰਬਾਰ ਦੇ ਵਿੱਚ ਇੱਕ ਮੂਰਤੀਕਾਰ ਆਪਣੀ ਫਰਿਆਦ ਲੈ ਕੇ ਆਇਆ। ਉਸਨੇ ਕਿਹਾ ਕਿ ਹੇ ਰਾਜਨ, ਮੈਂ ਇੱਕ ਮੂਰਤੀਕਾਰ ਹਾਂ। ਮੈਂ ਬਹੁਤ ਸੋਹਣੀ ਮੂਰਤੀਆਂ ਬਣਾਉਂਦਾ ਸੀ। ਲੋਕ ਮੇਰੀ ਬਣਾਈ ਮੂਰਤੀਆਂ ਨੂੰ ਬਹੁਤ ਪਸੰਦ ਕਰਦੇ ਸਨ। ਇੱਕ ਦਿਨ ਮੈਂ ਇੱਕ ਬਹੁਤ ਸੋਹਣੀ ਮੂਰਤੀ ਬਣਾਈ। ਉਸ ਮੂਰਤੀ ਨੂੰ ਬਣਾਉਣ ਵਾਸਤੇ ਮੈਂ ਆਪਣੀ ਸਾਰੀ ਕਲਾਕਾਰੀ ਵਰਤੀ। ਆਪਣੇ ਸਾਰੇ ਅਨੁਭਵ ਨਾਲ ਉਸ ਨੂੰ ਬਹੁਤ ਹੀ ਪਿਆਰ ਅਤੇ ਮਿਹਨਤ ਨਾਲ ਬਣਾਇਆ। ਮੂਰਤੀ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ। ਮੈਂ ਵੀ ਖੁਸ਼ ਸੀ ਕਿ ਮੂਰਤੀ ਦੀ ਮੈਨੂੰ ਚੰਗੀ ਕੀਮਤ ਮਿਲ ਜਾਵੇਗੀ। ਮੂਰਤੀ ਲੈ ਕੇ ਮੈਂ ਇੱਕ ਨਗਰ ਵਿੱਚ ਗਿਆ ਤੇ ਬਾਜ਼ਾਰ ਵਿੱਚ ਚੌਰਾਹੇ ਤੇ ਮੂਰਤੀ ਰੱਖ ਦਿੱਤੀ। ਬਹੁਤ ਲੋਕ ਦੇਖਣ ਵਾਸਤੇ ਆਏ। ਕੁਝ ਨੇ ਕੀਮਤ ਤਾਂ ਪੁੱਛੀ, ਪਰ ਮੂਰਤੀ ਨਾ ਖਰੀਦੀ। ਕੁਝ ਦਿਨ ਬਾਅਦ ਇੱਕ ਬੰਦੇ ਨੇ ਮੂਰਤੀ ਦੇਖੀ ਤੇ ਉਸਦੀ ਕੀਮਤ ਪੁੱਛੀ। ਮੇਰੀ ਕੀਮਤ ਦੱਸਣ ਤੇ ਉਹ ਕ੍ਰੋਧ ਨਾਲ ਭਰ ਗਿਆ ਤੇ ਕਹਿਣ ਲੱਗਾ, ਇਤਨੀ ਭੈੜੀ ਮੂਰਤੀ ਦੀ ਇਤਨੀ ਜ਼ਿਆਦਾ ਕੀਮਤ? ਇਹ ਤਾਂ ਕਿਸੇ ਕੰਮ ਦੀ ਨਹੀਂ ਹੈ। ਤੂੰ ਬੜਾ ਹੀ ਬੇਕਾਰ ਮੂਰਤੀਕਾਰ ਹੈ। ਇਸ ਤਰ੍ਹਾਂ ਮੈਨੂੰ ਬੁਰਾ ਭਲਾ ਕਹਿੰਦਾ ਹੋਇਆ ਚਲਾ ਗਿਆ। ਮੈਂ ਬਹੁਤ ਨਿਰਾਸ਼ ਹੋ ਗਿਆ। ਮੇਰਾ ਸਾਰਾ ਉਤਸ਼ਾਹ ਜਾਂਦਾ ਰਿਹਾ ਤੇ ਮੈਂ ਘਰ ਵਾਪਸ ਆ ਗਿਆ। ਹੁਣ ਜਦੋਂ ਵੀ ਮੈਂ ਮੂਰਤੀ ਬਣਾਉਣ ਲੱਗਦਾ ਹਾਂ ਤਾਂ ਮੇਰੇ ਹੱਥ ਕੰਬਣ ਲੱਗ ਜਾਂਦੇ ਹਨ। ਮੈਨੂੰ ਉਸ ਬੰਦੇ ਦੀਆਂ ਗੱਲਾਂ ਯਾਦ ਆ ਜਾਂਦੀਆਂ ਹਨ ਤੇ ਮੇਰੇ ਤੋਂ ਮੂਰਤੀ ਨਹੀਂ ਬਣਦੀ। ਮੇਰੀ ਇਸ ਤਕਲੀਫ ਦਾ ਕੋਈ ਹੱਲ ਕਰੋ। ਰਾਜੇ ਨੇ ਸਾਰੀ ਗੱਲ ਸੁਣੀ। ਇਸ ਤਰ੍ਹਾਂ ਦੀ ਕੋਈ ਸਮੱਸਿਆ ਪਹਿਲਾਂ ਕਦੀ ਆਈ ਨਹੀਂ ਸੀ। ਉਸਨੇ ਆਪਣੇ ਦਰਬਾਰ ਵਿੱਚ ਬੈਠੇ ਇੱਕ ਚਿੱਤਰਕਾਰ ਨੂੰ, ਜੋ ਬਹੁਤ ਹੀ ਸਿਆਣਾ ਵੀ ਸੀ, ਕਿਹਾ ਕਿ ਇਹ ਸਮੱਸਿਆ ਕਲਾ ਨਾਲ ਜੁੜੀ ਹੋਈ ਹੈ, ਇਸ ਲਈ ਆਪ ਹੀ ਇਸ ਦਾ ਕੋਈ ਹੱਲ ਦੱਸੋ। ਚਿੱਤਰਕਾਰ ਨੇ ਕਿਹਾ ਕਿ ਠੀਕ ਹੈ, ਮੈਨੂੰ 2-3 ਦਿਨ ਦਾ ਸਮਾਂ ਦੇਵੋ। ਰਾਜੇ ਨੇ ਮੰਨ ਲਿਆ। ਚਿੱਤਰਕਾਰ ਉਸ ਮੂਰਤੀਕਾਰ ਨੂੰ ਲੈ ਕੇ ਆਪਣੇ ਘਰ ਆ ਗਿਆ। ਉਸਨੇ ਮੂਰਤੀਕਾਰ ਨੂੰ ਭੋਜਨ ਛਕਾਇਆ ਤੇ ਰਹਿਣ ਵਾਸਤੇ ਇੱਕ ਸੋਹਣਾ ਕਮਰਾ ਦਿੱਤਾ ਤੇ ਆਪ ਆਪਣੇ ਕਮਰੇ ਵਿੱਚ ਆ ਗਿਆ ਤੇ ਚਿੱਤਰ ਬਣਾਉਣ ਲੱਗ ਪਿਆ। ਥੋੜੀ ਦੇਰ ਬਾਅਦ ਮੂਰਤੀਕਾਰ ਵੀ ਉਸ ਕੋਲ ਆ ਗਿਆ ਤੇ ਕਹਿਣ ਲੱਗਾ, ਤੁਸੀਂ ਤਾਂ ਮੇਰੀ ਮੁਸ਼ਕਿਲ ਦਾ ਹੱਲ ਕਰਨਾ ਸੀ, ਪਰ ਤੁਸੀਂ ਤਾਂ ਆਪਣਾ ਹੀ ਕੰਮ ਕਰ ਰਹੇ ਹੋ। ਚਿੱਤਰਕਾਰ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਰਾਜੇ ਕੋਲੋਂ 2-3 ਦਿਨ ਦਾ ਸਮਾਂ ਲਿਆ ਹੈ, ਤੁਸੀਂ ਚਿੰਤਾ ਨਾ ਕਰੋ, ਤੁਹਾਡੀ ਮੁਸ਼ਕਿਲ ਵੀ ਹੱਲ ਹੋ ਜਾਏਗੀ। ਮੂਰਤੀਕਾਰ ਉੱਥੇ ਹੀ ਬੈਠਾ ਰਿਹਾ ਤੇ ਚਿੱਤਰਕਾਰ ਚਿੱਤਰ ਬਣਾਉਂਦਾ ਰਿਹਾ। ਸ਼ਾਮ ਤੱਕ ਚਿੱਤਰ ਬਣ ਕੇ ਤਿਆਰ ਹੋਇਆ ਤਾਂ ਉਸਨੇ ਮੂਰਤੀਕਾਰ ਨੂੰ ਦਿਖਾਇਆ। ਮੂਰਤੀਕਾਰ ਉਸ ਚਿੱਤਰ ਨੂੰ ਦੇਖ ਕੇ ਬੜਾ ਹੈਰਾਨ ਰਹਿ ਗਿਆ। ਉਸਨੇ ਇਤਨਾ ਸੋਹਣਾ ਦ੍ਰਿਸ਼ ਆਪਣੀ ਲਾਈਫ 'ਚ ਪਹਿਲੀ ਵਾਰ ਦੇਖਿਆ ਸੀ। ਅਗਲੇ ਦਿਨ ਉਸ ਚਿੱਤਰਕਾਰ ਨੇ ਮੂਰਤੀਕਾਰ ਨੂੰ ਅਤੇ ਉਸ ਚਿੱਤਰ ਨੂੰ ਨਾਲ ਲਿਆ ਤੇ ਦੂਜੇ ਨਗਰ ਵਿੱਚ ਆ ਗਿਆ। ਉੱਥੇ ਇੱਕ ਚੁਰਾਹੇ ਤੇ ਇੱਕ ਪੇੜ ਦੇ ਉੱਤੇ ਉਸਨੇ ਉਹ ਚਿੱਤਰ ਟੰਗ ਦਿੱਤਾ ਤੇ ਹੇਠਾਂ ਲਿਖ ਦਿੱਤਾ ਕਿ ਕਿਸੇ ਨੂੰ ਇਸ ਚਿੱਤਰ ਵਿੱਚ ਕੋਈ ਕਮੀ ਨਜ਼ਰ ਆਵੇ ਤਾਂ ਉੱਥੇ ਉਹ ਇੱਕ ਕਾਲਾ ਨਿਸ਼ਾਨ ਲਗਾ ਦੇਵੇ। ਫਿਰ ਉਹ ਦੋਨੋਂ ਉੱਥੋਂ ਚਲੇ ਗਏ। ਸ਼ਾਮ ਨੂੰ ਜਦੋਂ ਦੋਨੋਂ ਵਾਪਸ ਆਏ ਤਾਂ ਕੀ ਦੇਖਿਆ, ਸਾਰਾ ਹੀ ਚਿੱਤਰ ਕਾਲੇ ਨਿਸ਼ਾਨਾਂ ਨਾਲ ਭਰਿਆ ਹੋਇਆ ਸੀ। ਮੂਰਤੀਕਾਰ ਨੇ ਉਦਾਸ ਹੋ ਕੇ ਕਿਹਾ, ਇਹ ਇਤਨਾ ਸੁੰਦਰ ਚਿੱਤਰ ਤੁਸੀਂ ਖਰਾਬ ਕਰਵਾ ਲਿਆ, ਇਸ ਦੀ ਕੀ ਲੋੜ ਸੀ। ਪਰ ਚਿੱਤਰਕਾਰ ਸ਼ਾਂਤ ਭਾਵ ਨਾਲ ਆਪਣਾ ਚਿੱਤਰ ਲੈ ਕੇ ਉੱਥੋਂ ਚਲਾ ਗਿਆ। ਅਗਲੇ ਦਿਨ ਚਿੱਤਰਕਾਰ ਨੇ ਇੱਕ ਬਹੁਤ ਹੀ ਸੁੰਦਰ ਮੋਰ ਦਾ ਚਿੱਤਰ ਬਣਾਇਆ। ਉੱਪਰ ਦੇ ਪਾਸੇ ਤਾਂ ਸੋਹਣੇ ਰੰਗਾਂ ਨਾਲ ਸਜਾਇਆ, ਪਰ ਥੱਲੋਂ ਤਸਵੀਰ ਦੇ ਵਿੱਚ ਕੋਈ ਰੰਗ ਨਹੀਂ ਭਰਿਆ, ਬੇਰੰਗੀ ਹੀ ਛੱਡ ਦਿੱਤੀ। ਮੂਰਤੀਕਾਰ ਨੇ ਕਿਹਾ ਕਿ ਇਹ ਤਸਵੀਰ ਤਾਂ ਅਧੂਰੀ ਹੈ। ਪਰ ਚਿੱਤਰਕਾਰ ਉਸ ਤਸਵੀਰ ਨੂੰ ਲੈ ਕੇ ਮੂਰਤੀਕਾਰ ਦੇ ਨਾਲ ਫਿਰ ਉਸ ਜਗ੍ਹਾ ਤੇ ਆ ਗਿਆ। ਉਸਨੇ ਉਸੇ ਜਗ੍ਹਾ ਤੇ ਸੇਮ ਜਗ੍ਹਾ ਤੇ ਤਸਵੀਰ ਟੰਗ ਦਿੱਤੀ ਤੇ ਨੀਚੇ ਲਿਖ ਦਿੱਤਾ ਕਿ ਇਹ ਅਧੂਰੀ ਤਸਵੀਰ ਨੂੰ ਜੋ ਚਾਹੇ ਪੂਰਾ ਕਰ ਦੇਵੇ, ਤੇ ਨਾਲ ਹੀ ਰੰਗ ਵੀ ਰੱਖ ਦਿੱਤੇ ਤੇ ਬ੍ਰਸ਼ ਵੀ ਰੱਖ ਦਿੱਤਾ। ਸ਼ਾਮ ਨੂੰ ਜਦ ਦੋਨੋਂ ਵਾਪਸ ਆਏ ਤਾਂ ਦੇਖਿਆ ਕਿ ਉਹ ਤਸਵੀਰ ਉਸੇ ਤਰ੍ਹਾਂ ਉੱਥੇ ਹੀ ਟੰਗੀ ਹੋਈ ਹੈ, ਕਿਸੇ ਨੇ ਵੀ ਉਸਨੇ ਪੂਰਾ ਨਹੀਂ ਕੀਤਾ।
ਹੁਣ ਚਿੱਤਰਕਾਰ ਨੇ ਮੂਰਤੀਕਾਰ ਨੂੰ ਪੁੱਛਿਆ ਕਿ ਕੁਝ ਸਮਝ ਆਇਆ। ਮੂਰਤੀਕਾਰ ਬਹੁਤ ਹੀ ਖੁਸ਼ ਸੀ ਕਿਉਂਕਿ ਉਸ ਦੀ ਸਮੱਸਿਆ ਹੱਲ ਹੋ ਗਈ ਸੀ। ਉਹ ਕਹਿਣ ਲੱਗਾ ਕਿ ਮੈਂ ਸਮਝ ਗਿਆ ਹਾਂ ਕਿ ਅਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋ ਜਾਈਏ, ਫਿਰ ਵੀ ਲੋਕ ਸਾਡੇ ਵਿੱਚੋਂ ਨੁਕਸ ਕੱਢ ਹੀ ਦੇਣਗੇ। ਪਰ ਜੇਕਰ ਅਸੀਂ ਥੋੜੇ ਵੀ ਅਧੂਰੇ ਹੋਵਾਂਗੇ ਤਾਂ ਸਾਨੂੰ ਪੂਰਾ ਕਰਨ ਲਈ ਕੋਈ ਨਹੀਂ ਆਏਗਾ, ਕਿਉਂਕਿ ਲੋਕ ਆਪ ਹੀ ਅਧੂਰੇ ਹਨ। ਅਧੂਰਾ ਅਧੂਰੇ ਨੂੰ ਪੂਰਾ ਨਹੀਂ ਕਰ ਸਕਦਾ, ਕੋਈ ਪੂਰਾ ਹੀ ਅਧੂਰੇ ਨੂੰ ਪੂਰਾ ਕਰ ਸਕਦਾ ਹੈ। ਇਸ ਲਈ ਆਪਣੇ ਆਪ ਨੂੰ ਲੋਕਾਂ ਦੀ ਨਜ਼ਰ ਤੋਂ ਨਹੀਂ, ਪੂਰੇ ਗੁਰੂ ਦੀ ਨਜ਼ਰ ਤੋਂ ਹੀ ਦੇਖਣਾ ਚਾਹੀਦਾ ਹੈ। ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਸ ਦਾ ਸਾਰਾ ਮੋਹ ਮਾਇਆ ਦਾ ਜਾਲ ਨਾਸ ਹੋ ਜਾਂਦਾ ਹੈ। ਕਰਮ ਪੂਰੈ ਪੂਰਾ ਗੁਰੂ, ਪੂਰਾ ਜਾ ਕਾ ਬੋਲ, ਨਾਨਕ ਪੂਰਾ ਜੋ ਕਰੈ ਕਟੈ ਨਾਹੀ ਤੋਲ। ਮਨੁੱਖ ਦਾ ਮਨ ਸਮਾਜ ਵਿੱਚ ਆਪਣੇ ਵਾਸਤੇ ਇੱਜ਼ਤ ਮਾਣ ਚਾਹੁੰਦਾ ਹੈ, ਪਰ ਬਿਨਾਂ ਮਿਹਨਤ ਦੇ ਅਤੇ ਬਹੁਤ ਜਲਦ, ਇੰਸਟੈਂਟ। ਇਸ ਵਾਸਤੇ ਬਾਹਰੋਂ ਹੀ ਧਾਰਮਿਕ ਪੇਖ ਪਾ ਕੇ ਅਤੇ ਮਿੱਠੇ ਅਤੇ ਨਿਮਰਤਾ ਵਾਲੇ ਬੋਲ ਬੋਲ ਕੇ ਸਭ ਨੂੰ ਰਿਝਾਉਣਾ ਚਾਹੁੰਦਾ ਹੈ। ਪਰ ਜਦੋਂ ਕਿਸੇ ਹਾਲਾਤ ਵਿੱਚ ਇਸ ਦੀ ਅਸਲੀ ਰੂਪ ਸਾਹਮਣੇ ਆਉਂਦਾ ਹੈ ਤਾਂ ਫਿਰ ਇਹਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਰੱਬੀ ਗੁਣਾਂ ਦੇ ਹੀਰੇ ਨੂੰ ਹੱਥ ਦੇ ਉੱਪਰ ਰੱਖ ਕੇ ਮਨੁੱਖ ਮਹਾਨ ਨਹੀਂ ਬਣਦਾ, ਬਲਕਿ ਇਹਨਾਂ ਗੁਣਾਂ ਨੂੰ ਮਨ ਵਿੱਚ ਵਸਾ ਕੇ ਜੀਵਨ ਵਿੱਚ ਵਰਤ ਕੇ ਮਨੁੱਖ ਆਪ ਹੀਰੇ ਵਰਗਾ ਅਨਮੋਲ ਹੋ ਜਾਂਦਾ ਹੈ। ਫਿਰ ਵਿਖਾਵਾ ਕਰਨ ਦੀ ਲੋੜ ਹੀ ਨਹੀਂ ਪੈਂਦੀ। ਐਸਾ ਹੀਰਾ ਨਿਰਮਲ ਨਾਮ, ਜਾ ਸਿਮਰਤ ਪੂਰਨ ਸਭ ਕਾਮ। ਹੁਣ ਪ੍ਰਸ਼ਨ ਉੱਠਦਾ ਹੈ ਕਿ ਮਨ ਨੂੰ ਕਿਵੇਂ ਟਿਕਾਈਏ। ਮਨ ਨੂੰ ਟਿਕਾਉਣ ਵਾਸਤੇ ਲੋਕ ਬਹੁਤ ਯਤਨ ਕਰਦੇ ਹਨ ਤੇ ਕਿਸੇ ਤਰ੍ਹਾਂ ਇਹ ਮਨ ਦੌੜਨਾ ਛੱਡ ਦੇਵੇ ਤੇ ਟਿਕ ਜਾਵੇ। ਅੱਜ ਕੱਲ ਮੈਡੀਟੇਸ਼ਨ ਦਾ ਬਹੁਤ ਜ਼ੋਰ ਹੈ। ਇਸ ਵਿੱਚ ਵੀ ਅੱਖਾਂ ਬੰਦ ਕਰਕੇ ਬਹਿਣਾ ਪੈਂਦਾ ਹੈ। ਇਹ ਤਾਂ ਫਿਰ ਅਸੀਂ ਉਸੇ ਪਾਸੇ ਚੱਲ ਰਹੇ ਹਾਂ ਜਿਸ ਪਾਸੋਂ ਗੁਰੂ ਸਾਹਿਬ ਨੇ ਰੋਕਿਆ ਸੀ। ਫਿਰ ਕੀ ਕਰੀਏ। ਹੁਣ ਤੱਕ ਅਸੀਂ ਜੋ ਵਿਚਾਰਾਂ ਕੀਤੀਆਂ ਹਨ ਉਸ ਵਿੱਚੋਂ ਇੱਕ ਤੱਤ ਨਿਕਲ ਕੇ ਸਾਹਮਣੇ ਆਇਆ ਹੈ। ਉਹ ਹੈ ਕਿ ਮਨ ਦਾ ਸੁਭਾਅ ਛੋਟੇ ਜਿਹੇ ਬੱਚੇ ਵਰਗਾ ਹੈ। ਬੱਚਾ ਵੀ ਪ੍ਰੇਮ ਦੀ ਜ਼ੁਬਾਨ ਸਮਝਦਾ ਹੈ। ਜੇਕਰ ਡਾਂਟੋ ਤਾਂ ਰੁੱਸ ਕੇ ਬਹਿ ਜਾਂਦਾ ਹੈ। ਬੱਚਾ ਵੀ ਖੇਡਾਂ ਖੇਡਦਾ ਹੈ ਤੇ ਮੈਲ ਨਾਲ ਲਿਬੜ ਜਾਂਦਾ ਹੈ। ਬੱਚਾ ਵੀ ਦੋ ਕੰਮ ਇਕੱਠੇ ਕਰਨਾ ਚਾਹੁੰਦਾ ਹੈ, ਨਾ ਕਰ ਸਕੇ ਤਾਂ ਪਰੇਸ਼ਾਨ ਹੁੰਦਾ ਹੈ। ਬੱਚਾ ਵੀ ਕਦੇ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਸਕਦਾ, ਕਿਉਂਕਿ ਬੱਚੇ ਦਾ ਸੁਭਾਅ ਵੀ ਚੰਚਲ ਹੈ। ਸਾਡੇ ਘਰਾਂ ਵਿੱਚ ਖਾਸ ਕਰਕੇ ਮਾਵਾਂ ਇਹ ਗੱਲ ਜਾਣਦੀਆਂ ਹਨ ਕਿ ਬੱਚੇ ਨੂੰ ਇੱਕ ਜਗ੍ਹਾ ਟਿਕਾ ਕੇ ਬਿਠਾਉਣ ਵਾਸਤੇ ਚਾਹੇ ਕਿਤਨੀ ਹੀ ਛੋਟੀ ਜਗ੍ਹਾ ਦੇ ਦਿਓ, ਚਾਹੇ ਕਿਤਨਾ ਹੀ ਛੋਟਾ ਘੇਰਾ ਕਰ ਦੇਵੋ, ਚਾਹੇ ਇੱਕ ਸੋਫੇ ਤੇ ਹੀ ਟਿੱਕੇ ਬੈਠਣ ਵਾਸਤੇ ਕਹਿ ਦਿਓ, ਬੱਚਾ ਸੋਫੇ ਤੇ ਬੈਠਾ ਹੀ ਆਲੇ ਦੁਆਲੇ ਦੀਆਂ ਸਾਰੀ ਚੀਜ਼ਾਂ ਚੁੱਕ ਲੈਂਦਾ ਹੈ ਜਾਂ ਫਿਰ ਸੋਫੇ ਤੇ ਟੱਪਣ ਲੱਗ ਪੈਂਦਾ ਹੈ। ਐਸੇ ਬੱਚੇ ਨੂੰ ਮਾਂ ਫਿਰ ਕੁਝ ਨਹੀਂ ਕਹਿੰਦੀ, ਕੇਵਲ ਉਸ ਤੋਂ ਦੂਰ ਖੜੀ ਹੋ ਕੇ ਉਸ ਨੂੰ ਦੇਖਦੀ ਜਾਂਦੀ ਹੈ। ਕੁਝ ਪਲਾਂ ਬਾਅਦ ਬੱਚਾ ਵੀ ਮਾਂ ਨੂੰ ਦੇਖਦਾ ਹੈ। ਮਾਂ ਫਿਰ ਵੀ ਕੁਝ ਨਹੀਂ ਕਹਿੰਦੀ, ਬਸ ਦੇਖੀ ਜਾਂਦੀ ਹੈ। ਕੁਝ ਪਲਾਂ ਬਾਅਦ ਬੱਚਾ ਹੌਲੀ ਹੌਲੀ ਸਾਰੀ ਚੀਜ਼ਾਂ ਛੱਡ ਕੇ ਹੌਲੀ ਜਿਹੀ ਟਿਕ ਕੇ ਆਪ ਹੀ ਸੋਫੇ ਤੇ ਬਹਿ ਜਾਂਦਾ ਹੈ। ਘਰ ਵਿੱਚ ਇੰਝ ਸ਼ਾਂਤੀ ਹੋ ਜਾਂਦੀ ਹੈ ਜਿਵੇਂ ਬੱਚਾ ਘਰ 'ਚ ਹੈ ਹੀ ਨਹੀਂ। ਇਹ ਤਜਰਬਾ ਹਰ ਮਾਂ ਨੇ ਆਪਣੇ ਬੱਚੇ ਨਾਲ ਕੀਤਾ ਹੋਵੇਗਾ। ਇਸੇ ਤਰ੍ਹਾਂ ਮਨ ਨੂੰ ਵੀ ਕੇਵਲ ਦੇਖਣ ਦਾ ਯਤਨ ਕਰੀਏ। ਮਨ ਦੇ ਨਾਲ ਕੋਈ ਗੱਲ ਨਹੀਂ ਕਰਨੀ, ਬਸ ਦੇਖਣਾ ਹੈ ਕਿ ਹੁਣੇ ਮੇਰਾ ਮਨ ਕੀ ਸੋਚ ਰਿਹਾ ਸੀ ਤੇ ਹੁਣ ਕੀ ਕਹਿ ਰਿਹਾ ਹੈ। ਜਿਸ ਪਲ ਮਨ ਨੂੰ ਦੇਖੋਗੇ ਤਾਂ ਮਨ ਇੰਝ ਸ਼ਾਂਤ ਹੋ ਜਾਏਗਾ ਕਿ ਮਨ ਹੈ ਹੀ ਨਹੀਂ। ਵਿਚਾਰਾਂ ਦਾ ਸਾਰਾ ਸ਼ੋਰ ਬੰਦ ਹੋ ਜਾਏਗਾ। ਚਾਹੇ ਕੁਝ ਪਲਾਂ ਵਾਸਤੇ ਹੀ ਸਹੀ, ਆਪਣਾ ਅਸਤਿਤਵ ਨਜ਼ਰ ਆਏਗਾ, ਆਪਣਾ ਆਪ ਦਿਸਦਾ ਹੈ। ਉਸ ਵੇਲੇ ਮਨ ਨੂੰ ਰੱਬੀ ਗੁਣਾਂ ਨਾਲ ਜੋੜਨ ਦਾ ਅਸੀਂ ਯਤਨ ਕਰੀਏ। ਜਦੋਂ ਸਮਾਂ ਮਿਲੇ ਆਪਣੇ ਮਨ ਨੂੰ ਜ਼ਰੂਰ ਦੇਖਣ ਦਾ ਯਤਨ ਕਰੀਏ ਕਿ ਸਾਡੇ ਮਨ ਵਿੱਚ ਕਿਹੜੇ ਕਿਹੜੇ ਵਿਚਾਰ ਚੱਲਦੇ ਹਨ, ਕਿਹੜੇ ਵਿਚਾਰ ਮਨ ਨੂੰ ਭਟਕਾਉਂਦੇ ਹਨ। ਪਰ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਹਨ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਨੇ ਸਿਰ ਨੀਵਾਂ ਕਰ ਦੇਖ। ਇੱਥੇ ਭਗਤ ਫਰੀਦ ਜੀ ਸਾਨੂੰ ਆਤਮਕ ਗਿਰੇਵਾਨ ਦੇ ਵਿੱਚ ਭਾਵ ਮਨ ਵਿੱਚ ਦੇਖਣ ਵਾਸਤੇ ਕਹਿ ਰਹੇ ਹਨ। ਇਹ ਬੰਦੇ, ਜੇ ਤੂੰ ਬਰੀਕ ਅਕਲ ਵਾਲਾ ਹੈ ਤਾਂ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖ ਕਿ ਤੇਰੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਚੱਲਦੇ ਹਨ। ਜ਼ਾਹਰ ਹੈ ਕਿ ਜਿਸ ਤਰ੍ਹਾਂ ਦੇ ਵਿਚਾਰ ਮਨ ਵਿੱਚ ਹੋਣਗੇ ਉਹਨੂੰ ਕਰਮ ਵੀ ਉਸੇ ਆਧਾਰ ਤੇ ਕਰੇਗਾ। ਅਸੀਂ ਆਪਣੇ ਅੰਦਰੋਂ ਆਪਣੇ ਔਗੁਣ ਦੇਖੀਏ, ਦੂਜਿਆਂ ਦੇ ਔਗੁਣਾਂ ਨੂੰ ਫੋਲਣ ਨਾਲ ਆਪਣਾ ਹੀ ਨੁਕਸਾਨ ਹੁੰਦਾ है। जिंदगी बसर कर दी दूसरों के ऐब देखते, खुद को तराशा होता
ਖੁਦਾ ਹੋ ਗਏ ਹੋਤੇ। ਇਹਨਾਂ ਵਿਚਾਰਾਂ ਦਾ ਸਾਰਾਂਸ਼ ਅਸੀਂ ਕੁਝ ਪੁਆਇੰਟਸ ਦੇ ਵਿੱਚ ਦੇਖਦੇ ਹਾਂ। ਪਹਿਲਾ ਪੁਆਇੰਟ ਹੈ ਚੰਚਲਤਾ। ਇਹ ਮਨ ਦਾ ਸੁਭਾਅ ਹੈ ਅਤੇ ਇਸ ਦੀ ਗਤੀ ਨੂੰ ਰੋਕਣਾ ਨਾਮੁਮਕਿਨ ਹੈ, ਪਰ ਇਸ ਦੀ ਗਤੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਜਿਵੇਂ ਬੇਲਗਾਮ ਘੋੜੇ ਦੀ ਕੋਈ ਦਿਸ਼ਾ ਨਹੀਂ ਹੁੰਦੀ, ਕੋਈ ਮੰਜ਼ਿਲ ਨਹੀਂ ਹੁੰਦੀ, ਉਹ ਚਾਰੇ ਪਾਸੇ ਦੌੜਦਾ ਹੈ। ਪਰ ਜੇ ਲਗਾਮ ਪਾ ਦਿੱਤੀ ਜਾਵੇ ਤਾਂ ਫਿਰ ਮਾਲਕ ਦੀ ਦੱਸੀ ਦਿਸ਼ਾ ਵੱਲ ਦੌੜਦਾ ਹੈ ਅਤੇ ਮਾਲਕ ਦੇ ਨਾਲ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਵੇਂ ਹੀ ਐਸੇ ਹੀ ਬੇਲਗਾਮ ਮਨ ਨੂੰ ਪਰਮਾਤਮਾ ਦੇ ਨਿਰਮਲ ਪੌ ਦੀ ਲਗਾਮ ਪਾ ਦਿੱਤੀ ਜਾਵੇ ਤਾਂ ਇਹ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਇੱਕ ਦਿਸ਼ਾ ਵੱਲ ਗੁਰੂ ਦੀ ਦੱਸੀ ਰਾਹ ਤੇ ਤੁਰਦਾ ਹੈ ਅਤੇ ਆਪਣੇ ਮੂਲ ਤੱਕ ਪਹੁੰਚ ਜਾਂਦਾ ਹੈ। ਕਬੀਰ ਜੀ ਕਹਿੰਦੇ ਹਨ, ਕਬੀਰ ਭਲੀ ਪਈ ਜੋ ਭਉ ਪਿਆ, ਦਿਸ਼ਾ ਗਈ ਸਭ ਭੂਲ, ਔਰਾ ਅਗਰ ਪਾਣੀ ਪਿਆ, ਜਾਏ ਮਿਲਿਓ ਢਲ ਕੂਲ। ਭਾਵ ਚੰਗਾ ਹੋਇਆ ਕਿ ਪ੍ਰਭੂ ਦੇ ਪ੍ਰਤੀ ਮਨ ਵਿੱਚ ਅਦਬ ਤੇ ਨਿਰਮਲ ਭਉ ਪੈਦਾ ਹੋ ਗਿਆ। ਮਨ ਦੀ ਹਾਲਤ ਚੰਗੀ ਹੋ ਗਈ। ਹੁਣ ਮਨ ਪਰਮਾਤਮਾ ਦੇ ਦਰ ਦਾ ਹੀ ਹੋ ਕੇ ਰਹਿ ਗਿਆ ਹੈ ਅਤੇ ਇਸ ਨੂੰ ਹੋਰ ਪਾਸੇ ਭੁੱਲ ਗਏ ਹਨ। ਓਲਾ ਜਾਂ ਗੜਾ ਸਖਤ ਹੁੰਦਾ ਹੈ, ਆਪਣੇ ਮੂਲ ਨਾਲੋਂ ਅਲੱਗ ਹੁੰਦਾ ਹੈ, ਪਰ ਸੂਰਜ ਦੀ ਤਪਸ਼ ਨਾਲ ਢਲ ਕੇ ਫਿਰ ਨਦੀ ਵਿੱਚ ਜਾ ਕੇ ਮਿਲ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਸਖਤ ਹੋਇਆ ਮਨ ਪ੍ਰਭੂ ਦੇ ਨਿਰਮਲ ਭਉ ਨਾਲ ਢਲ ਕੇ ਨਿਮਰਤਾ ਧਾਰ ਕੇ ਆਪਣੇ ਮੂਲ ਪਰਮਾਤਮਾ ਦੇ ਵਿੱਚ ਜਾ ਮਿਲਦਾ ਹੈ। ਦੂਜਾ, ਮਨੁੱਖ ਦੇ ਮਨ ਦੀ ਲਗਾਮ ਵਿਵੇਕ ਬੁੱਧੀ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਜੇ ਰੱਬੀ ਗੁਣਾਂ ਦੇ ਆਧਾਰ ਤੇ ਇਸ ਮਨ ਨੂੰ ਸਹੀ ਦਿਸ਼ਾ ਦੇ ਕੇ ਮੰਜ਼ਿਲ ਤੱਕ ਪਹੁੰਚਾ ਦੇਵੇ। ਵਿਵੇਕ ਬੁੱਧ ਦੀ ਪ੍ਰਾਪਤੀ ਗੁਰੂ ਦੇ ਗਿਆਨ ਤੋਂ ਹੁੰਦੀ ਹੈ। ਸਾਮਤ ਪੂਰੀ ਚਿਤ ਹਰ ਗੁਣ ਗਾਵੈ, ਵੱਡੇ ਭਾਗ ਸਾਧੂ ਸੰਗ ਪਾਵੈ। ਭਾਵ ਉਹੀ ਮਤ ਉਪਾਏ ਤੋਂ ਬਚੀ ਰਹਿੰਦੀ ਹੈ ਜਿਸ ਨਾਲ ਰੱਬੀ ਸਿਫਤ ਸਲਾਹ ਕੀਤੀ ਜਾਵੇ, ਰੱਬੀ ਗੁਣ ਧਾਰਨ ਕੀਤੇ ਜਾਣ। ਐਸੀ ਅਕਲ ਵਾਲਾ ਮਨੁੱਖ ਗੁਰੂ ਦੀ ਸੰਗਤ ਪ੍ਰਾਪਤ ਕਰਕੇ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਤੀਸਰਾ, ਪ੍ਰਭੂ ਦੀ ਬਖਸ਼ੀ ਹੋਈ ਭਾਵਨਾਵਾਂ ਦੀ ਗਲਤ ਵਰਤੋਂ ਨਾ ਕਰੀਏ, ਜਿਸ ਨਾਲ ਮਨ ਮੈਲਾ ਹੁੰਦਾ ਹੈ ਅਤੇ ਭਾਵਨਾਵਾਂ ਵਿਕਾਰ ਬਣ ਜਾਂਦੀਆਂ ਹਨ। ਕੇਵਲ ਗੁਰੂ ਦੇ ਗਿਆਨ ਦਾ ਸਦਕਾ ਮਨ ਗੁਣਾਂ ਵਿੱਚ ਜਿਉਣਾ ਸਿੱਖ ਜਾਂਦਾ ਹੈ ਅਤੇ ਅਵਗੁਣਾਂ ਵੱਲੋਂ ਭੱਜਣ ਤੋਂ ਬਚ ਜਾਂਦਾ ਹੈ। ਫਿਰ ਮਨ ਗੁਰਮੁਖ ਜਨਾਂ ਦੀ ਸੰਗਤ ਹੀ ਪਾਲਦਾ ਹੈ, ਜਿੱਥੇ ਗੁਣਾਂ ਦੀ ਸੁਗੰਧ ਮਿਲੇ। ਗੁਣਾ ਕਾ ਹੋਵੇ ਵਾਸਲਾ, ਕਢਵਾਸ ਲਈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀ ਜੈ। ਚੌਥਾ ਹੈ, ਮਨ ਨੂੰ ਬੰਧਨ ਨਹੀਂ ਬਣਾਉਣਾ, ਬਲਕਿ ਜੀਵਨ ਮੁਕਤ ਹੋਣ ਦਾ ਜ਼ਰੀਆ ਬਣਾਉਣਾ ਹੈ। ਮਨ ਹੀ ਦੁਸ਼ਮਣ ਹੈ ਅਤੇ ਮਨ ਹੀ ਮਿੱਤਰ ਹੋ ਸਕਦਾ ਹੈ। ਮਨ ਹੀ ਰਾਹ ਨੂੰ ਸੌਖਾ ਅਤੇ ਔਖਾ ਵੀ ਕਰ ਸਕਦਾ ਹੈ। ਅਗਿਆਨਤਾ ਦੇ ਹਨੇਰੇ ਵਿੱਚ ਮਨੁੱਖ ਭਟਕਦਾ ਹੈ। ਗੁਰੂ ਦੇ ਗਿਆਨ ਨਾਲ ਜੀਵਨ ਦੀ ਰਾਹ ਰੌਸ਼ਨ ਹੋ ਜਾਏ ਤਾਂ ਭਟਕਣਾ ਖਤਮ ਹੋ ਜਾਂਦੀ ਹੈ। ਲੋੜ ਹੈ ਪੂਰੇ ਭਰੋਸੇ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜਨ ਦੀ। ਇਸ ਗਿਆਨ ਨਾਲ ਤੇਰ ਮੇਰ, ਜਾਤ ਪਾਤ, ਅਮੀਰ ਗਰੀਬ ਦੇ ਵਿਤਕਰੇ ਮੁੱਕ ਜਾਂਦੇ ਹਨ ਤੇ ਸਾਰੇ ਕਰਮ ਕਾਂਡ ਤੇ ਵਿਅਰਥ ਦੇ ਸੰਸ਼ੇ ਵੀ ਖਤਮ ਹੋ ਜਾਂਦੇ ਹਨ। ਗੁਰਮੁਖ ਸ਼ਬਦ ਪਛਾਣੀਏ, ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ। ਪੰਜਵਾਂ ਹੈ, ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਮਨੁੱਖ ਆਪਣੀ ਪੜਚੋਲ ਕਰਦਾ ਹੈ। ਇਸ ਗਿਆਨ ਦਾ ਸਦਕਾ ਮਨੁੱਖ ਦੀ ਦਿਖਾਵੇ ਵਾਲੀ ਜ਼ਿੰਦਗੀ ਛੁੱਟ ਜਾਂਦੀ ਹੈ। ਉਸਦਾ ਹਰ ਕਰਮ ਸੱਚ ਤੇ ਆਧਾਰਿਤ ਹੋ ਜਾਂਦਾ ਹੈ। ਉਸਦਾ ਬੋਲਣਾ, ਸੁਣਨਾ, ਕਰਨਾ ਸਭ ਸੱਚ ਵਾਲਾ ਹੋ ਜਾਂਦਾ ਹੈ। ਮਨੁੱਖ ਦੀ ਸੋਚ ਸਰਬੱਤ ਦੇ ਭਲੇ ਵਾਲੀ ਹੋ ਜਾਂਦੀ ਹੈ। ਛੇਵਾਂ ਹੈ, ਮਨ ਨੂੰ ਟਿਕਾਉਣ ਵਾਸਤੇ ਵਰਤਮਾਨ ਵਿੱਚ ਜਿਉਣਾ ਸਿੱਖੀਏ। ਜੋ ਵੀ ਕੰਮ ਕਰੀਏ ਪੂਰੇ ਹੋਸ਼ ਵਿੱਚ ਕਰੀਏ, ਉਸ ਕੰਮ ਵਿੱਚੋਂ ਆਨੰਦ ਲਈਏ। ਚਾਹੇ ਰੋਟੀ ਪਕਾਈਏ, ਭਾਂਡੇ ਧੋਈਏ, ਸਫਾਈ ਕਰੀਏ, ਬੱਚਿਆਂ ਨਾਲ ਖੇਡੀਏ, ਕੋਈ ਕਿਤਾਬ ਪੜ੍ਹੀਏ, ਪੂਰੇ ਹੋਸ਼ ਵਿੱਚ ਕਰੀਏ ਤੇ ਆਨੰਦ ਲੈ ਕੇ ਕਰੀਏ। ਇੱਥੇ ਤੱਕ ਕਿ ਅਗਰ ਕ੍ਰੋਧ ਵੀ ਕਰਨਾ ਹੋਵੇ ਤਾਂ ਪੂਰੇ ਹੋਸ਼ ਵਿੱਚ ਕਰੀਏ। ਸਾਨੂੰ ਪਤਾ ਹੋਵੇ ਕਿ ਅਸੀਂ ਕੀ ਬੋਲ ਰਹੇ ਹਾਂ ਤੇ ਕਿੱਥੇ ਰੁਕਣਾ ਹੈ। ਆਪਣੇ ਮਨ ਉੱਤੇ ਪੂਰੀ ਨਜ਼ਰ ਰੱਖੀਏ। ਇਹ ਸੰਸਾਰ ਵਿੱਚ ਜ਼ਿੰਦਗੀ ਕੀ ਹੈ, ਇਸ ਬਾਰੇ ਸਾਡੇ ਟੀਚਰ ਸਾਨੂੰ ਸੁਣਾਇਆ ਕਰਦੇ ਸਨ। ਇੱਕ ਕਹਾਣੀ ਸੁਣਾਈ ਸੀ ਸਾਡੇ ਟੀਚਰ ਨੇ, ਬਹੁਤ ਹੀ ਪਿਆਰੀ ਕਹਾਣੀ ਹੈ, ਮੈਂ ਆਪਣੇ ਸ਼ੇਅਰ ਕਰਨੀ ਚਾਹੁੰਦੀ ਹਾਂ। ਇੱਕ ਨਗਰ ਵਿੱਚ ਇੱਕ ਰਾਜਾ ਸੀ।
ਬੜਾ ਹੀ ਧਰਮੀ, ਗਿਆਨੀ, ਨਿਆਪਸੰਦ ਤੇ ਬੜੇ ਹੀ ਕੋਮਲ ਸੁਭਾਅ ਦਾ ਸੀ। ਉਸਦੀ ਪ੍ਰਜਾ ਉਸਦੇ ਰਾਜ ਵਿੱਚ ਬਹੁਤ ਖੁਸ਼ ਸੀ। ਗਿਆਨ ਅਤੇ ਧਰਮ ਦਾ ਪ੍ਰਵਾਹ ਉਸਦੇ ਰਾਜ ਵਿੱਚ ਚੱਲਦਾ ਰਹਿੰਦਾ ਸੀ। ਇੱਕ ਦਿਨ ਬੈਠੇ ਰਾਜੇ ਦੇ ਮਨ ਵਿੱਚ ਵਿਚਾਰ ਆਇਆ ਕਿ ਮੇਰੀ ਪ੍ਰਜਾ ਵਿੱਚ ਐਸੇ ਕਿਤਨੇ ਲੋਕ ਹਨ ਜੋ ਇਸ ਜਨਮ ਦੇ ਮੰਤਵ ਨੂੰ ਸਮਝਦੇ ਹਨ, ਮਨੋਰਥ ਨੂੰ ਸਮਝਦੇ ਹਨ। ਇਸ ਦਾ ਪਤਾ ਲਗਾਉਣ ਵਾਸਤੇ ਉਸਨੇ ਇੱਕ ਯੁਕਤੀ ਸੋਚੀ, ਪਰ ਇਸ ਕਾਰਜ ਵਿੱਚ ਬਹੁਤ ਮਿਹਨਤ, ਬਹੁਤ ਸਮਾਂ ਤੇ ਬਹੁਤ ਸਾਰਾ ਧਨ ਖਰਚ ਹੋਣਾ ਸੀਗਾ। ਪਰ ਕਿਉਂਕਿ ਰਾਜਾ ਸੰਪੰਨ ਸੀ, ਸਮਰੱਥ ਸੀ, ਇਸ ਲਈ ਉਸਨੇ ਆਪਣੀ ਸੋਚ ਦੇ ਮੁਤਾਬਕ ਕੰਮ ਸ਼ੁਰੂ ਕੀਤਾ। ਉਸਨੇ ਆਪਣੇ ਰਾਜ ਵਿੱਚ ਪਹਿਲਾਂ ਕੋਈ 10 ਕਿਲੋਮੀਟਰ ਦੀ ਇੱਕ ਜ਼ਮੀਨ ਚੁਣੀ। ਉਸ ਜ਼ਮੀਨ ਦੇ ਉੱਤੇ ਉਸਨੇ ਇੱਕ ਬਹੁਤ ਵੱਡੀ ਪ੍ਰਦਰਸ਼ਨੀ, ਐਗਜ਼ੀਬਿਸ਼ਨ ਲਗਵਾਉਣ ਦਾ ਕੰਮ ਸ਼ੁਰੂ ਕੀਤਾ। ਉਸਨੇ ਪ੍ਰਦਰਸ਼ਨੀ ਵਿੱਚ ਸਾਰਾ ਸਮਾਨ ਰੱਖਿਆ ਜੋ ਕਿ ਅਸੀਂ ਸੰਸਾਰ ਵਿੱਚ ਦੇਖਦੇ ਹਾਂ, ਸੰਸਾਰ ਵਿੱਚ ਹੁੰਦਾ ਹੈ। ਹਰ ਚੀਜ਼ ਬਿਹਤਰੀਨ ਅਤੇ ਅਵਲ ਦਰਜੇ ਦੀ ਸੀ। ਪ੍ਰਦਰਸ਼ਨੀ ਨੂੰ ਅੰਦਰੋਂ ਵੀ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੀ। ਬਹੁਤ ਮਿਹਨਤ ਕੀਤੀ ਗਈ ਸੀ। ਲੱਗਦਾ ਸੀ ਕਿ ਪ੍ਰਦਰਸ਼ਨੀ ਨਹੀਂ ਹੈ, ਕਿਸੇ ਦੂਸਰੀ ਦੁਨੀਆ ਵਿੱਚ ਆ ਗਏ ਹਾਂ ਅਸੀਂ। ਬਹੁਤ ਹੀ ਪਿਆਰੀ, ਬਹੁਤ ਹੀ ਸੋਹਣੀ ਅੰਦਰੋਂ ਦੀ, ਬਹੁਤ ਹੀ ਸੋਹਣੀ ਚਿੱਤਰਕਾਰੀ, ਮਨਮੋਹਕ ਮੂਰਤੀਕਾਰੀ, ਬਿਹਤਰੀਨ ਇਤਰ, ਸੁਗੰਧਾ, ਆਲੀਸ਼ਾਨ ਵਸਤਰ, ਗਹਿਣੇ, ਬਹੁਤ ਸੋਹਣੇ ਭਾਂਡੇ, ਰਤਨਾ ਜੜੇ ਸ਼ੀਸ਼ੇ, ਆਲੀਸ਼ਾਨ ਪਲੰਗ ਤੇ ਭਾਂਤ ਦਾ ਖਾਣਾ ਪੀਣਾ। ਹਰ ਚੀਜ਼ ਰਾਜੇ ਨੇ ਚੁਣ ਚੁਣ ਕੇ ਮੰਗਵਾਈ ਸੀ। ਪ੍ਰਦਰਸ਼ਨੀ ਵਿੱਚ ਉਸਨੇ ਭਾਂਤ ਦੀਆਂ ਖੇਡਾਂ ਦਾ ਵੀ ਇੰਤਜ਼ਾਮ ਕੀਤਾ ਸੀ। ਇਹ ਸਾਰੀਆਂ ਤਿਆਰੀਆਂ ਪਰਦੇ ਵਿੱਚ ਹੋ ਰਹੀਆਂ ਸਨ। ਕਿਸੇ ਨੂੰ ਦੇਖਣ ਦੀ ਇਜਾਜ਼ਤ ਨਹੀਂ ਸੀ। ਲੋਕ ਵੀ ਬੜੀ ਬੇਸਬਰੀ ਨਾਲ ਇਸ ਨੂੰ ਦੇਖਣ ਵਾਸਤੇ ਇੰਤਜ਼ਾਰ ਕਰ ਰਹੇ ਸਨ। ਅਖੀਰ ਰਾਜੇ ਨੇ ਐਲਾਨ ਕਰਵਾਇਆ ਕਿ ਇਹ ਪ੍ਰਦਰਸ਼ਨੀ ਅਗਲੇ ਦਿਨ ਇੱਕ ਨਿਯਤ ਸਮੇਂ ਤੇ ਸ਼ੁਰੂ ਹੋਏਗੀ ਤੇ ਇੱਕ ਨਿਯਤ ਸਮੇਂ ਵਾਸਤੇ ਹੀ ਹੋਵੇਗੀ। ਇਸ ਪ੍ਰਦਰਸ਼ਨੀ ਨੂੰ ਦੇਖਣ ਵਾਸਤੇ ਕੁਝ ਸ਼ਰਤਾਂ ਵੀ ਸਨ। ਪ੍ਰਦਰਸ਼ਨੀ ਵਿੱਚ ਕੁਝ ਖਾਣਾ ਪੀਣਾ ਜੇ ਲੈਣਾ ਹੈ ਤਾਂ ਖੇਡਾਂ ਖੇਲੋ ਅਤੇ ਚਿੱਤ ਦੇ ਟੋਕਨਾਂ ਦੇ ਨਾਲ ਤੁਸੀਂ ਚੀਜ਼ਾਂ ਲੈ ਸਕਦੇ ਹੋ, ਪਰ ਉਹ ਸਮਾਨ ਉੱਥੇ ਹੀ ਵਰਤਣਾ ਹੈ, ਨਾਲ ਘਰ ਨਹੀਂ ਲੈ ਜਾ ਸਕਦੇ। ਸਮਾਪਤੀ ਦਾ ਵਿਗਲ ਵੱਜਣ ਤੋਂ ਪਹਿਲਾਂ ਪਰਲੇ ਦਰਵਾਜ਼ੇ ਤੋਂ ਬਾਹਰ ਆਉਣਾ ਹੈ। ਜੇ ਮਨੁੱਖ ਨਿਯਤ ਸਮੇਂ ਦੇ ਵਿੱਚ ਇਸ ਪ੍ਰਦਰਸ਼ਨੀ ਤੋਂ ਬਾਹਰ ਆ ਜਾਵੇਗਾ, ਉਹ ਰਾਜੇ ਦੀ ਖੁਸ਼ੀ ਦਾ ਪਾਤਰ ਹੋਵੇਗਾ ਅਤੇ ਉਸਨੂੰ ਆਪਣਾ ਮਨਪਸੰਦ ਇਨਾਮ ਵੀ ਦਿੱਤਾ ਜਾਵੇਗਾ। ਖੈਰ, ਨਿਯਤ ਸਮੇਂ ਤੇ ਪ੍ਰਦਰਸ਼ਨੀ ਸ਼ੁਰੂ ਹੋ ਗਈ। ਕਿਉਂਕਿ ਇਤਨੇ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸਨ, ਇਸ ਲਈ ਸਾਰੇ ਲੋਕ ਬੜੇ ਉਤਸ਼ਾਹ ਨਾਲ ਵੇਖਣ ਵਾਸਤੇ ਗਏ। ਲੋਕ ਅੰਦਰ ਜਾਂਦੇ ਤੇ ਅੰਦਰ ਦਾ ਨਜ਼ਾਰਾ ਵੇਖ ਕੇ ਮੋਹਿਤ ਹੋ ਜਾਂਦੇ। ਇਤਨੀ ਕਮਾਲ ਦੀਆਂ ਚੀਜ਼ਾਂ ਤਾਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਸਨ ਤੇ ਸਾਰੇ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਿੱਚ ਲੱਗ ਗਏ। ਬਹੁਤੇ ਤਾਂ ਭੁੱਲ ਹੀ ਗਏ ਕਿ ਚੀਜ਼ਾਂ ਘਰ ਨਹੀਂ ਲੈ ਜਾ ਸਕਦੇ, ਇੱਥੇ ਹੀ ਵਰਤਣੀਆਂ ਹਨ। ਜਿਨ੍ਹਾਂ ਨੂੰ ਯਾਦ ਸੀ ਉਹ ਵੀ ਅਵੇਸਲੇ ਹੋ ਗਏ, ਕਿਉਂਕਿ ਅੰਦਰ ਦਾ ਨਜ਼ਾਰਾ ਇਤਨਾ ਮਨਮੋਹਕ ਸੀ। ਸਾਰੇ ਖਾਣ ਪੀਣ ਵਿੱਚ ਅਤੇ ਖੇਡਾਂ ਵਿੱਚ ਲੱਗ ਗਏ। ਪ੍ਰਦਰਸ਼ਨੀ ਦੇ ਪਾਰਲੇ ਦਰਵਾਜ਼ੇ ਤੇ ਖੜੇ ਰਾਜੇ ਦੇ ਅਹਿਲਕਾਰ ਉਡੀਕ ਕਰ ਰਹੇ ਸਨ ਕਿ ਕੌਣ ਕੌਣ ਸਮੇਂ ਸਿਰ ਬਾਹਰ ਆਉਂਦਾ ਹੈ। ਬਹੁਤ ਸਮਾਂ ਲੰਘ ਗਿਆ। ਫਿਰ ਇੱਕ 5-6 ਸਾਲ ਦਾ ਬੱਚਾ ਬਾਹਰ ਆਇਆ। ਫਿਰ ਹੋਰ ਸਮਾਂ ਲੰਘਣ ਤੋਂ ਬਾਅਦ ਇੱਕ ਨੌਜਵਾਨ ਤੇ ਸ਼ਾਮ ਤੱਕ ਇੱਕ ਬਜ਼ੁਰਗ ਬਾਹਰ ਆਇਆ। ਰਾਜੇ ਦੇ ਹੁਕਮ ਮੁਤਾਬਕ ਉਹਨਾਂ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜੇ ਨੇ ਛੋਟੇ ਬੱਚੇ ਤੋਂ ਪੁੱਛਿਆ ਕਿ ਬੱਚਿਆ, ਤੈਨੂੰ ਪ੍ਰਦਰਸ਼ਨੀ ਚੰਗੀ ਨਹੀਂ ਲੱਗੀ? ਤੂੰ ਬਿਨਾਂ ਦੇਖੇ ਹੀ ਬਾਹਰ ਆ ਗਿਆ ਹੈ। ਬੱਚੇ ਨੇ ਕਿਹਾ ਕਿ ਪ੍ਰਦਰਸ਼ਨੀ ਤਾਂ ਬਹੁਤ ਚੰਗੀ ਸੀ, ਪਰ ਮੈਂ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ ਹਾਂ, ਇਸ ਲਈ ਬਾਹਰ ਆ ਗਿਆ ਹਾਂ। ਰਾਜੇ ਨੇ ਕਿਹਾ ਕਿ ਤੂੰ ਉੱਥੇ ਆਪਣੇ ਮਾਤਾ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਬੱਚੇ ਨੇ ਕਿਹਾ ਕਿ ਮੈਂ ਉਹ ਕੋਸ਼ਿਸ਼ ਤਾਂ ਕੀਤੀ ਸੀ, ਪਰ ਪ੍ਰਦਰਸ਼ਨੀ ਇਤਨੀ ਵੱਡੀ ਸੀ ਕਿ ਮੈਂ ਉੱਥੇ ਮਾਤਾ ਪਿਤਾ ਨੂੰ ਲੱਭ ਨਹੀਂ ਸਕਿਆ। ਪਰ ਮੈਨੂੰ ਪਤਾ ਹੈ ਕਿ ਮੇਰੇ ਮਾਤਾ ਪਿਤਾ ਘਰ ਜ਼ਰੂਰ ਆਉਣਗੇ, ਇਸ ਲਈ ਮੈਂ ਘਰ ਜਾ ਰਿਹਾ ਸੀ। ਫਿਰ ਰਾਜੇ ਨੇ ਉਸ ਨੌਜਵਾਨ ਨੂੰ ਸਵਾਲ ਕੀਤਾ ਕਿ ਤੈਨੂੰ ਵੀ ਐਗਜ਼ੀਬਿਸ਼ਨ ਚੰਗੀ ਨਹੀਂ ਲੱਗੀ, ਜਾਂ ਤੈਨੂੰ ਵੀ ਕਿਸੇ ਦੀ ਲੋੜ ਕਿਸ ਨੂੰ ਲੱਭ ਰਿਹਾ ਸੀ? ਉਸ ਨੌਜਵਾਨ ਨੇ ਕਿਹਾ ਕਿ ਇਹ ਰਾਜਨ, ਮੈਂ ਬਹੁਤ ਗਰੀਬ ਜਿਹਾ ਬੰਦਾ ਹਾਂ। ਆਪਣੇ ਆਪ ਜੀ ਨੇ ਸਮੇਂ ਸਿਰ ਪ੍ਰਦਰਸ਼ਨੀ ਤੋਂ ਬਾਹਰ ਆ ਜਾਣ ਤੇ ਇਨਾਮ ਦੇਣ ਦੀ ਗੱਲ ਕੀਤੀ ਸੀ। ਇਹ ਗੱਲ ਮੇਰੇ ਚੇਤੇ ਵਿੱਚ ਸੀ। ਐਗਜ਼ੀਬਿਸ਼ਨ ਵਿੱਚ ਪਏ ਪਦਾਰਥ ਬਹੁਤ ਹੀ ਮਨਮੋਹਕ ਸਨ। ਬਾਰ-ਬਾਰ ਮੈਂ ਉਹਨਾਂ ਵੱਲ ਖਿੱਚਿਆ ਜਾਂਦਾ ਸੀ, ਪਰ ਫਿਰ ਮੈਂ ਇਹ ਗੱਲ ਯਾਦ ਕਰ ਲੈਂਦਾ ਸੀ ਕਿ ਜੇ ਮੈਂ ਉੱਥੋਂ ਸਮੇਂ ਸਿਰ ਬਾਹਰ ਆ ਗਿਆ ਤਾਂ ਤੁਹਾਡੀ ਖੁਸ਼ੀ ਦਾ ਪਾਤਰ ਬਣ ਸਕਾਂਗਾ ਤੇ ਮੇਰੀ ਹਾਲਤ ਸੁਧਰ ਜਾਵੇਗੀ। ਫਿਰ ਰਾਜੇ ਨੇ ਉਸ ਬਜ਼ੁਰਗ ਨੂੰ ਪੁੱਛਿਆ, ਬਜ਼ੁਰਗੋ,
ਤੁਹਾਨੂੰ ਵੀ ਪ੍ਰਦਰਸ਼ਨੀ ਚੰਗੀ ਨਹੀਂ ਆ ਲੱਗੀ, ਉੱਥੇ ਕੋਈ ਆਨੰਦ ਨਹੀਂ ਆਇਆ? ਤਾਂ ਬਜ਼ੁਰਗ ਨੇ ਕਿਹਾ, ਹੇ ਰਾਜਨ, ਜੋ ਪਦਾਰਥ ਆਪ ਜੀ ਨੇ ਪ੍ਰਦਰਸ਼ਨੀ ਵਿੱਚ ਰਖਵਾਏ ਸਨ ਉਹ ਵਾਕਈ ਬੇਮਿਸਾਲ ਸਨ, ਪਰ ਆਪਣੀ ਸਾਰੀ ਜ਼ਿੰਦਗੀ ਭੋਗ ਕੇ ਮੈਂ ਇਹ ਸਿੱਖਿਆ ਹੈ ਕਿ ਹਰ ਪਦਾਰਥ ਦੀ ਇੱਕ ਉਮਰ ਹੁੰਦੀ ਹੈ, ਇੱਕ ਉਮਰ ਤੱਕ ਲੋੜ ਹੁੰਦੀ ਹੈ ਅਤੇ ਇੱਕ ਉਮਰ ਤੱਕ ਹੀ ਖਿੱਚ ਹੁੰਦੀ ਹੈ। ਉਸ ਤੋਂ ਬਾਅਦ ਫਿਰ ਲੋੜਾਂ ਸੀਮਿਤ ਹੋ ਜਾਂਦੀਆਂ ਹਨ ਤੇ ਖਿੱਚ ਮੁੱਕ ਜਾਂਦੀ ਹੈ। ਇਸ ਲਈ ਮੈਂ ਉਹਨਾਂ ਚੀਜ਼ਾਂ ਨੂੰ ਦੂਰੋਂ ਹੀ ਦੇਖਦਾ ਹੋਇਆ ਬਾਹਰ ਆ ਗਿਆ। ਰਾਜਾ ਇਹ ਤਿੰਨੋਂ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ। ਉਸਨੇ ਉਸ ਬੱਚੇ, ਉਸ ਨੌਜਵਾਨ ਅਤੇ ਬਜ਼ੁਰਗ ਨੂੰ ਕਿਹਾ ਕਿ ਤੁਸੀਂ ਤਿੰਨਾਂ ਨੇ ਮੈਨੂੰ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਪਾਠ ਪੜ੍ਹਾਇਆ ਹੈ। ਅਗਰ ਪਰਮਾਤਮਾ ਨੂੰ ਮਿਲਣ ਦੀ ਚਾਹ ਹੋਵੇ ਤਾਂ ਬਜ਼ੁਰਗ ਵਾਂਗ ਦੁਨਿਆਵੀ ਪਦਾਰਥਾਂ ਅਤੇ ਖੁਆਇਸ਼ਾਂ ਤੋਂ ਉਪਰਾਮਤਾ ਚਾਹੀਦੀ ਹੈ। ਇਸ ਨੌਜਵਾਨ ਵਾਂਗ ਆਪਣਾ ਨਿਸ਼ਾਨਾ ਹਮੇਸ਼ਾ ਚੇਤੇ ਰਹਿਣਾ ਚਾਹੀਦਾ ਹੈ ਅਤੇ ਇਸ ਬੱਚੇ ਵਾਂਗ ਭੋਲਾ ਭਾਵ ਹੋਵੇ। ਨਾਲ ਹੀ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਹੀ ਪਾ ਲੈਣ ਦਾ ਦ੍ਰਿੜ ਨਿਸ਼ਚਾ ਵੀ ਹੋਣਾ ਚਾਹੀਦਾ ਹੈ। ਬਸ ਇਹੀ ਯਾਦ ਰੱਖਣਾ ਹੈ ਕਿ ਅਸੀਂ ਜਗਤ ਵਿੱਚ ਕਿਉਂ ਆਏ ਹਾਂ, ਸਾਡਾ ਨਿਸ਼ਾਨਾ ਕੀ ਹੈ, ਆਪਣੇ ਮਨ ਨੂੰ ਕਿਵੇਂ ਮੋੜਨਾ ਹੈ, ਇਸ ਨੂੰ ਬੁੱਧੀ ਦੇ ਅਧੀਨ ਕਿਵੇਂ ਕਰਨਾ ਹੈ। ਇਸ ਦਾ ਇੱਕੋ ਇੱਕ ਸਾਧਨ ਹੈ, ਗੁਰੂ ਦਾ ਸ਼ਬਦ। ਗੁਰੂ ਅਮਰਦਾਸ ਜੀ ਸੱਚਾਈ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਜਾ ਪਾਏ। ਇਸ ਸੰਸਾਰ ਵਿੱਚ ਹਰ ਮਨੁੱਖ ਆਪਣੀ ਮੰਜ਼ਿਲ ਵੱਲ ਮੂੰਹ ਕਰਕੇ ਦੌੜ ਰਿਹਾ ਹੈ ਕਿ ਸਮਾਂ ਰਹਿੰਦੇ ਆਪਣੀ ਮੰਜ਼ਿਲ ਤੇ ਪਹੁੰਚ ਜਾਵੇ। ਕਿਸੇ ਦੀ ਮੰਜ਼ਿਲ ਦੁਨਿਆਵੀ ਹੈ, ਕਿਸੇ ਦੀ ਆਤਮਕ, ਪਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਉਹ ਮਾਰਗ ਦਿੱਤਾ ਹੈ ਜਿਸ ਤੇ ਅਗਰ ਸਿੱਖ ਆਪਣੀ ਪੂਰੀ ਮਿਹਨਤ ਨਾਲ, ਪੂਰੀ ਸ਼ਿੱਦਤ ਨਾਲ ਚੱਲੇ ਤਾਂ ਮੰਜ਼ਿਲ ਤੱਕ ਪਹੁੰਚਣ ਦੀ ਫਿਕਰ ਹੀ ਨਹੀਂ ਰਹਿੰਦੀ। ਮਨੁੱਖ ਦੁਨਿਆਵੀ ਸੁੱਖ ਅਤੇ ਆਤਮਕ ਆਨੰਦ ਦੋਵੇਂ ਰਾਹ ਤੇ ਚਲਦਿਆਂ ਚਲਦਿਆਂ ਵੀ ਪਾ ਸਕਦਾ ਹੈ। ਸੱਚੀ ਸੁੱਚੀ ਕਿਰਤ ਕਰਨਾ, ਮਿਹਨਤ ਨਾਲ ਆਪਣੀ ਰੋਟੀ ਕਮਾਣੀ, ਨਾਮ ਜਪਣਾ, ਪ੍ਰਭੂ ਦਾ ਨਾਮ, ਉਸਦੇ ਗੁਣ, ਉਸਦੇ ਸਾਰੇ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਯਾਦ ਰੱਖਣਾ, ਗੁਣਾਂ ਮੁਤਾਬਕ ਜੀਵਨ ਜੀਣਾ, ਵੰਡ ਕੇ ਛਕਣਾ, ਕੇਵਲ ਲੰਗਰ ਪ੍ਰਸ਼ਾਦ ਨਹੀਂ ਬਲਕਿ ਜੋ ਕੁਝ ਵੀ ਕੋਲ ਹੈ, ਧਨ, ਗਿਆਨ, ਪਦ, ਅਨੁਭਵ, ਕੋਈ ਪਦਾਰਥ, ਉਸ ਤੋਂ ਸਾਰੇ ਨਾਲ ਵੰਡ ਕੇ ਵਰਤਣਾ, ਪਰਉਪਕਾਰੀ ਜੀਵਨ ਬਣਾਉਣਾ। ਇਹਨਾਂ ਹੁਕਮਾਂ ਨੂੰ ਸੱਚੇ ਮਨ ਨਾਲ ਕਮਾਉਣ ਨਾਲ ਹੀ ਸਿੱਖ ਦਾ ਜੀਵਨ ਆਨੰਦ ਨਾਲ ਭਰ ਜਾਂਦਾ ਹੈ। ਮਨੁੱਖ ਅੰਦਰੋਂ ਬਾਹਰੋਂ ਇੱਕ ਹੋ ਜਾਵੇ, ਆਪਣੇ ਨਾਲ ਨਾਲ ਸਰਬੱਤ ਦੇ ਭਲੇ ਦੀ ਸੋਚ ਰੱਖੇ ਅਤੇ ਸੱਚ ਦੀ ਰਾਹ ਤੇ ਤੁਰੇ ਤਾਂ ਮੰਜ਼ਿਲ ਆਪਣੇ ਆਪ ਹੀ ਕੋਲ ਆ ਜਾਂਦੀ ਹੈ। मंजिल तेरी तलाश में घूमेगी दर बदर, ਖਲਕੇ ਖੁਦਾ ਕੀ ਰਾਹ ਸੇ ਰੋੜੇ ਹਟਾ ਕੇ ਦੇਖ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਵਾਸਤੇ ਮੈਂ ਆਪ ਜੀ ਤੋਂ ਖਿਮਾ ਚਾਹੁੰਦੀ ਹਾਂ। ਬਹੁਤ ਬਹੁਤ ਧੰਨਵਾਦ ਹੈ ਵੀਰ ਕੁਲਵੰਤ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਸਮਾਂ ਬਖਸ਼ਿਆ। ਤੇ ਨਾਲ ਧੰਨਵਾਦ ਹੈ ਵੀਰ ਐਮਪੀ ਸਿੰਘ ਜੀ ਦਾ, ਜਿਨ੍ਹਾਂ ਨੇ ਸਲਾਈਡ ਸ਼ੋਅ ਕੀਤੀ ਹੈਗੀ, ਹਮੇਸ਼ਾ ਸੇਵਾ ਕਰਦੇ ਹਨ। ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।